बिस्मिल्लाहिर्रहमानिर्रहीम अस्सलाम वालेकुम। खेडां दे नाल मैं मुफाज करीम। नाज़रीन, चेयरमैन पीसीबी मोहसिन नकवी ने लाहौर विच प्रैस कॉन्फ्रेंस की है। उन्होंने कहा टीम विच ਉਹੀ शामिल होएगा ਜਿਹੜਾ ਡੋਮੈਸਟਿਕ ਵਿੱਚ परफॉर्म ਕਰੇਗਾ ਤੇ ਨਾਲ ਉਹਨਾਂ ਨੇ ਕੁਝ ਟਰੈਕਸ ਵੀ ਮੁਤਾਰਿਫ ਕਰਾਏ। ਟਰੈਕ ਇਹਦੀ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਜੀ ਇਹਦੇ ਵਿੱਚ ਸਿਰਫ ਟੈਸਟ ਸਪੈਸ਼ਲਿਸਟ ਸ਼ਾਮਿਲ ਹੋਣਗੇ ਤੇ ਇਹ ਸਿਰਫ ਰੈੱਡ ਬਾਲ ਕ੍ਰਿਕਟ ਹੀ ਖੇਡਣਗੇ। ਇਹਦਾ T20 ਤੇ ODI ਵਿੱਚ ਕੋਈ ਇਹਦਾ ਅਮਲ ਦਖਲ ਨਹੀਂ ਹੋਏਗਾ। ਤੇ ਹੁਣ ਸਵਾਲ ਇਹ ਬਣਦਾ ਹੈ ਕਿ ਜਿਹੜੇ ਨੁਮਾਨ ਤੇ ਸਾजिद परफॉर्म ਕਰਦੇ ਪਏ ਨੇ ਟੈਸਟ ਕ੍ਰਿਕਟ ਵਿੱਚ ਇਹ ਸਿਰਫ ਮਹਦੂਦ ਹੋ ਜਾਣਗੇ ਰੈੱਡ बॉल तक ਤੇ ਜਿਹੜੇ ਅਬਰਾਰ ਅਹਿਮਦ ਵਰਗੇ ਤੇ ਸੁਫਿਆਨ ਮੁਕੀਮ ਵਰਗੇ ਖਿਡਾਰੀ ਅਸਾਂ ਉਹਨਾਂ ਨੂੰ ਟੈਸਟ ਕ੍ਰਿਕਟ ਵਿੱਚ ਨਹੀਂ ਅਜ਼ਮਾ ਸਕਦੇ। ਇਸ ਦੇ ਇਲਾਵਾ ਆਕਿਬ ਜਾਵੇਦ ਨੇ ਵੀ ਗੱਲ ਕੀਤੀ ਕਿ ਸਾਨੂੰ ਲੌਂਗ ਟਰਮ ਵਾਸਤੇ ਖਿਡਾਰੀ ਚਾਹੀਦੇ ਨੇ, ਉਹ ਖਿਡਾਰੀ ਚਾਹੀਦੇ ਨੇ ਜਿਹੜੇ ਡੋਮੈਸਟਿਕ ਵਿੱਚ ਪਰਫॉर्म ਕਰਦੇ ਪਏ। ਵੈਸੇ ਸਾਡੀ ਹੱਸੀ ਵੀ ਆਈ ਕਿਉਂਕਿ ਇੱਕ ਖਿਡਾਰੀ ਹੈ ਕਾਮਰਾਨ ਗੁਲਾਮ, ਤੁਹਾਨੂੰ ਪਤਾ ਹੈ ਮੁਸਲਸਲ 2-3 ਸਾਲ ਤੋਂ परफॉर्म ਕਰਦਾ ਪਿਆ। ਉਹਨੇ ਟੈਸਟ ਕ੍ਰਿਕਟ ਵਿੱਚ ਡੈਬਿਊ ਵਿੱਚ ਇੰਗਲੈਂਡ ਦੇ ਖਿਲਾਫ ਸੈਂਚੁਰੀ ਸਕੋਰ ਕੀਤੀ ਸੀ, ਫਿਰ ਜਨੂਬੀ ਅਫਰੀਕਾ ਦੇ ਖਿਲਾਫ ਅੱਛੀ ਸਟ੍ਰਾਈਕ ਨੇ ਨਾਲ ਹਾਫ ਸੈਂਚੁਰੀ ਸੀਗੀ। ਲੇਕਿਨ ਉਹ ਸਮਝ ਨਹੀਂ ਲੱਗਦੀ ਪਈ ਕਿ ਉਹਨੂੰ ਟੀਮ ਵਿੱਚੋਂ ਕਿਉਂ ਬਾਹਰ ਕੀਤਾ ਗਿਆ। ਹੋਰ ਵੀ ਬੜੇ ਜ਼ਬਰਦਸਤ ਖਿਡਾਰੀ ਨੇ, ਸ਼ਾਹਜ਼ੇਬ ਖਾਨ परफॉर्म कर करके थक गए ने, वो कदों टीम में शामिल होंगे। इस अलावा हॉकी की गल करते हैं जी, बड़ी मायूस कुन परफॉर्मेंस रही है पाकिस्तान की। उम्मीद की जा रही थी असीं जापान हो रहा है तो वर्ल्ड कप वास्ते भी क्वालीफाई किया, लेकिन वर्ल्ड कप तो पहले प्रो लीग का एक इम्तिहान सीगा, लेकिन खिलाड़ी बुरी तरह फ्लॉप होए ने। फिटनेस उत्ते सवालिया निशान है, कोई स्किल्स नज़र नहीं आ रही। बेल्जियम को 7-1 तो हारे, फिर स्पेन को 5-1 तो हुण घट तो घट चलो फाइट की स्पिरिट भी नज़र आनी चाहिए, लेकिन वह भी खिलाड़ियों में नज़र नहीं आया। हुण की वजह है? कोचिंग स्टाफ भी चेंज होया, मैनेजमेंट भी चेंज हुई है, तो फिर भी खिलाड़ियों की उही पुरानी तो फरसूदा परफॉर्मेंस है। साडे नाल मियां असगर सलीमी साहब मौजूद ने। मियां साहब वध जी नूं सब तो पहले तो चेयरमैन पीसीबी मोहसिन नकवी साहब की प्रैस कॉन्फ्रेंस की गल करते हैं। उन्होंने डिफरेंट ट्रैक्स मुतारफ कराते हैं। तुहानूं लगता है कि इहदे नाल कुछ बेहतरी आ सकती है? हुण डेटाबेस सिस्टम भी मुतारफ करवा दिता गया, जिहड़ा टेस्ट क्रिकेट पर फोकस करेगा वो टेस्ट क्रिकेट खेडेगा, जिहड़े ODI T20 परफॉर्म करते पे उन्होंने टेस्ट क्रिकेट तो दूर दूर तक कोई अमल दखल नहीं होएगा। ਵਫਾਕ ਸਾਹਿਬ, ਸਭ ਤੋਂ ਪਹਿਲੇ ਤਾਂ ਮੈਂ ਸਮਝਦਾ ਵਾਂ ਕਿ ਤੁਹਾਨੂੰ ਮੁਬਾਰਕਬਾਦ ਜਾਂਦੀ ਹੈਗੀ ਹੈ ਔਰ ਤੁਹਾਡਾ ਜਿਹੜਾ ਪ੍ਰੋਗਰਾਮ ਹੈ ਖੇਡਾ ਉਹਨੂੰ ਬਹੁਤ ਜ਼ਿਆਦਾ ਮੁਬਾਰਕਬਾਦ ਜਾਂਦੀ ਹੈਗੀ ਹੈ ਕਿ ਤੁਹਾਡੀਆਂ ਕੋਸ਼ਿਸ਼ਾਂ ਜਿਹੜੀਆਂ ਹੈਗੀਆਂ ਨੇ ਰੰਗ ਲੈ ਆਈਆਂ ਹੈਗੀਆਂ। ਤੁਹਾਡਾ ਹਮੇਸ਼ਾ ਔਰ ਮੇਰਾ ਵੀ ਇਹੀ ਹਮੇਸ਼ਾ ਮੌਕਾ ਇਹ ਰਿਹਾ ਹੈਗਾ ਸੀ ਕਿ ਪਾਕਿਸਤਾਨੀ ਜਿਹੜੇ ਖਿਡਾਰੀ ਨੇ ਜਿਹੜੀ ਨੈਸ਼ਨਲ ਟੀਮਾਂ ਦੇ ਵਿੱਚ ਖੇਡਦੇ ਨੇ ਉਹਨਾਂ ਦੀ ਜਿਹੜੀ ਤਰਜੀਹ ਹੁੰਦੀ ਹੈ ਉਹ ਕਦੀ ਵੀ ਡੋਮੈਸਟਿਕ ਨਹੀਂ ਹੁੰਦੀ, ਠੀਕ ਹੈ। ਔਰ ਇਸ ਦਫਾ ਹੁਣ ਜਿਹੜਾ ਸੈਂਟਰਲ ਕੰਟਰੈਕਟ ਦੇ ਵਿੱਚ ਅੱਜ ਚੇਅਰਮੈਨ ਪੀਸੀਬੀ ਮੋਹਸਿਨ ਨਕਵੀ ਔਰ ਆਕਿਬ ਜਾਵੇਦ ਔਰ ਮਾਈਕ ਹਸਨ ਵੀ ਉੱਤੇ ਮੌਜੂਦ ਸੀ, ਉਹਨਾਂ ਨੇ ਜ਼ਿਆਦਾ ਫੋਕਸ ਕੀਤਾ ਹੈਗਾ। ਉਹਨਾਂ ਨੇ ਕਿਹਾ ਹੈਗਾ ਕਿ ਲੜਕਾ, ਪਹਿਲੀ ਤਾਂ ਗੱਲ ਹੈ ਜਿਹੜੇ ਮੁੰਡੇ ਨੇ ਉਹ ਮੁਕੰਮਲ ਤੌਰ ਤੇ ਫਿੱਟ ਹੋਈਦੇ ਨੇ। ਨੰਬਰ 2 ਜਿਹੜਾ ਗਾਣਾ ਉਹਨਾਂ ਨੂੰ ਡੋਮੈਸਟਿਕ ਜਿਹੜਾ ਗਾਣਾ ਹਰ ਹਾਲ ਦੇ ਵਿੱਚ ਉਹਨਾਂ ਦੀ ਪਰਫਾਰਮੈਂਸ ਹੋਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਜੀ ਕਿ ਜਦੋਂ ਪਹਿਲੇ ਅਸੀਂ ਜਿਹੜੇ ਸਿਲੈਕਟਰ ਸੀ ਜਾਂ ਦੂਸਰੇ ਜਿਹੜੇ ਗਏ ਸੀ ਸੈਂਟਰਲ ਕੰਟਰੈਕਟ ਦੇ ਵਾਸਤੇ ਜਿਹੜੇ ਬੈਠਦੇ ਹੈਗੇ ਸੀ ਉਹਦੇ ਵਿੱਚ ਪਲੇਅਰ ਬਹੁਤ ਜ਼ਿਆਦਾ ਇਤਰਾਜ਼ ਕਰਦੇ ਸੀ। ਤੁਹਾਨੂੰ ਇਹ ਵੀ ਪਤਾ ਹੈਗਾ ਕਿ ਕੁਝ ਪਲੇਅਰ ਕਹਿੰਦੇ ਸੀ ਕਿ A 'ਚ ਆ ਗਿਆ, B, C, D ਦੇ ਵਿੱਚ, ਔਰ ਜਿਹੜੇ ਪਲੇਅਰ ਹੈਗੇ ਸੀ ਬਹੁਤ ਜ਼ਿਆਦਾ ਇਤਰਾਜ਼ ਕਰਦੇ ਹੈਗੇ ਸੀ। ਔਰ ਬਾਅਦ ਐਸੇ ਪਲੇਅਰ ਹੈਗੇ ਸੀ ਉਹ ਜਿਹੜੇ ਹੈਗੇ ਨੇ ਨਾ ਸਾਈਨ ਕਰਨ ਤੋਂ ਵੀ ਬਾਕਾਇਦਾ ਇਨਕਾਰ ਕਰ ਦਿੰਦੇ ਹੈਗੇ ਸੀ। ਪਿਛਲੀ ਦਫਾ ਤਾਂ ਤੁਹਾਨੂੰ ਪਤਾ ਹੈਗਾ ਇਹ ਕੈਟਾਗਰੀ ਹੀ ਖਤਮ ਕਰ ਦਿੱਤੀ ਗਈ ਜਿਸ ਵਜ੍ਹਾ ਨਾਲ ਜਿਹੜੇ ਸੀਨੀਅਰ ਪਲੇਅਰ ਸੀ ਉਹ ਬਹੁਤ ਜ਼ਿਆਦਾ ਨਾਰਾਜ਼ ਦਿਖਾਈ ਦਿੰਦੇ ਸੀ। ਤੇ ਮੈਂ ਸਮਝਦਾ ਮੈਂ ਕਿ ਤਮਾਮ ਚੀਜ਼ਾਂ ਦਾ ਜਿਹੜਾ ਹੁਣ ਨਾਲ ਥੋੜਾ ਜਿਹਾ ਐਡ ਕਰਨਾ ਚਾਹਾਂਗਾ। ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ 2020 ਵਨਡੇ ਔਰ ਟੈਸਟ ਇਹਨਾਂ ਤਰਜ਼ਾਂ ਦੀ ਜਿਹੜੀ ਕ੍ਰਿਕਟ ਦੇ ਵਿੱਚ ਸਾਡੀ ਜਿਹੜੀ ਪਰਫਾਰਮੈਂਸ ਹੈਗੀ ਹੈ ਬਿਲਕੁਲ ਹੀ ਡਾਊਨਫਾਲ ਦਾ ਸ਼ਿਕਾਰ ਹੈਗੇ। ਅਸੀਂ ਕਿਸੇ ਵੀ ਆਪਣਾ ਕੈਟਾਗਰੀ ਦੇ ਵਿੱਚ ਇਹ ਨਹੀਂ ਕਹਿ ਸਕਦੇ ਕਿ ਇਸ ਕੈਟਾਗਰੀ ਦੇ ਵਿੱਚ 2020 ਜਾਂ ਵਨਡੇ ਦੇ ਵਿੱਚ ਜਾਂ ਟੈਸਟ ਦੇ ਵਿੱਚ ਅਸੀਂ ਬਹੁਤ ਅੱਛੇ ਜਾ ਰਹੇ ਹਾਂ। ਸਾਨੂੰ ਹਰ ਪਾਸੇ ਹੀ ਮਾਰ ਪੈ ਰਹੀ ਹੈਗੀ ਆ। ਟੈਸਟ ਦੇ ਵਿੱਚ ਤੁਹਾਨੂੰ ਪਤਾ ਹੈਗਾ ਕਿ ਅਸੀਂ ਬਿਲਕੁਲ ਹੀ ਪਲੇਅਰਾਂ ਨੇ ਇਗਨੋਰ ਕਰ ਦਿੱਤਾ ਸੀ। ਬੰਗਲਾਦੇਸ਼ ਨੇ ਸਾਨੂੰ ਪਾਕਿਸਤਾਨ ਦੇ ਵਿੱਚ ਹਰਾਇਆ ਔਰ ਫਿਰ ਆਪਣੇ ਮੁਲਕ ਦੇ ਵਿੱਚ ਵੀ ਹਰਾ ਦਿੱਤਾ। ਇੱਕ ਨਵੀਂ ਤਾਰੀਖ ਰਕਮ ਕਰ ਦਿੱਤੀ। ਮੁਸਲਸਲ ਅਸੀਂ 4 ਟੈਸਟ ਹਾਰ ਗਏ। तो ਉਹਦਾ ਮੇਰਾ ਖਿਆਲ ਹੈ ਉਹਨਾਂ ਨੇ ਜਿਹੜਾ ਪਾਕਿਸਤਾਨ ਕ੍ਰਿਕਟ ਬੋਰਡ ਹੈ ਔਰ ਉਹਦਾ ਜਿਹੜਾ ਥਿੰਕ ਟੈਂਕ ਹੈਗਾ ਉਹਨਾਂ ਨੂੰ ਇੱਕ ਚੀਜ਼ ਸਮਝ ਆ ਗਈ ਹੈ ਕਿ ਜਿਹੜੇ ਖਿਡਾਰੀ ਹੈਗੇ ਨੇ ਇਹਨਾਂ ਦੀ ਜਿਹੜੀ ਤਰਜੀਹ ਹੁੰਦੀ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਪੈਸਾ ਕਮਾਉਣਾ ਹੁੰਦਾ ਹੈ ਔਰ ਇਹ ਜਿਹੜੀ ਹੈ ਲੀਗਾਂ ਖੇਡਣੀ ਜ਼ਿਆਦਾ ਹੁੰਦੀਆਂ ਨੇ। ਇਸ ਲਈ ਉਹਨਾਂ ਨੇ ਬਹੁਤ ਜ਼ਿਆਦਾ ਜਿਹੜਾ ਫੋਕਸ ਕੀਤਾ ਹੈਗਾ ਡੋਮੈਸਟਿਕ ਕ੍ਰਿਕਟ ਤੇ ਜਿਹੜਾ ਹੈਗਾ ਨਾ। ਔਰ ਸਭ ਤੋਂ ਵੱਡੀ ਜਿਹੜੀ ਗੱਲ ਹੈ ਸ਼ਹਿਨशाह ਅਫਰੀਦੀ ਹੈ, ਸ਼ਾਨ ਮਸੂਦ ਹੈ ਜਾਂ ਕੋਈ ਵੀ ਪਲੇਅਰ ਹੈਗਾ ਅਗਰ ਡੋਮੈਸਟਿਕ ਕ੍ਰਿਕਟ ਨੂੰ ਨਜ਼ਰਅੰਦਾਜ਼ ਕਰੇਗਾ ਤਾਂ ਪਾਕਿਸਤਾਨ ਕ੍ਰਿਕਟ ਬੋਰਡ ਵੀ ਉਹਨਾਂ ਨੂੰ ਨਜ਼ਰਅੰਦਾਜ਼ ਕਰ ਦੇਗਾ। ਤੇ ਹੁਣ ਉਹਨਾਂ ਨੇ ਦੱਸਿਆ ਕਿ ਜਿਹੜਾ ਸੈਂਟਰਲ ਕੰਟਰੈਕਟ ਹੈ ਚੇਅਰਮੈਨ ਪੀਸੀਬੀ ਮੋਹਸਿਨ ਨਕਵੀ ਸਾਹਿਬ ਨੇ ਵਾਜ਼ੇ ਅਲਫਾਜ਼ ਦੇ ਵਿੱਚ ਕਹਿ ਦਿੱਤਾ ਹੈ ਕਿ ਹੁਣ ਜਿਹੜਾ ਸੈਂਟਰਲ ਕੰਟਰੈਕਟ 85% ਜਿਹੜਾ ਗਾਇਨਾ ਉਹ ਪਰਫਾਰਮੈਂਸ ਬੇਸ ਤੇ ਹੋਏਗਾ ਤੇ ਉਹਨਾਂ ਦੇ ਜਿਹੜੇ ਸਿਸਟਮ ਦੇ ਵਿੱਚ ਪਰਫਾਰਮੈਂਸ ਜਿਹੜੇ ਹੋਣਗੇ ਉਹ ਹੀ ਕੰਸੀਡਰ ਹੋਣਗੇ। ਬਾਕੀ ਜਿਹੜੇ ਪਲੇਅਰ ਹੈਗੇ ਨੇ ਉਹ ਆਪਣੇ ਆਪ ਨੂੰ ਮਸਤ ਸਮਝਣ
ਚਾਹੇ ਉਹ ਵੱਡਾ ਪਲੇਅਰ ਜਾਂ ਛੋਟਾ ਪਲੇਅਰ ये सब तो सही है चेयरमैन पीसीबी मोहसिन नकवी साहब यही चाहते हैं कि खिलाड़ी डोमैसटिक च परफॉर्म कर प्लेइंग 11 ਵਿੱਚ ਆਵਣ ਲੇਕਿਨ ਅੱਜ ਇਹ ਵੀ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਸ਼ਾਨ ਮਸੂਦ ਨੂੰ ਤਬਦੀਲ ਕਰ ਦਿੱਤਾ ਜਾਵੇਗਾ, ਸਲਮਾਨ ਅਲੀ ਆਗਾ ਨੂੰ ਕਿਆਦਤ ਸੌਂਪ ਦਿੱਤੀ ਜਾਵੇਗੀ। ਦੂਜੇ ਪਾਸੇ ਇਹ ਗੱਲਾਂ ਵੀ ਹੋ ਰਹੀਆਂ ਸਨ ਕਿ ਜਿਹੜੇ ਕੋਚ ਨੇ ਮਾਈਕ ਹੈਸਨ ਉਹਨਾਂ ਨੂੰ ਵੀ ਹਟਾ ਕਰ ਯੂਨਸ ਖਾਨ ਨੂੰ ਸ਼ਾਇਦ ਜ਼ਿੰਮੇਵਾਰੀਆਂ ਲੱਭ ਸਕਦੀਆਂ, ਲੇਕਿਨ ਨਜ਼ਰ ਆ ਰਿਹਾ ਕਿ ਜਿਹੜੀ ਪੀਸੀਬੀ ਮੈਨੇਜਮੈਂਟ ਹੈ ਉਹਦੀ ਹਜੇ ਵੀ ਮੁਕੰਮਲ ਇਤਮਾਦ ਹੁੰਦਾ ਹੈ ਇਹ ਮੌਜੂਦਾ ਕੋਚ ਉੱਤੇ, ਕੈਪਟਨ ਉੱਤੇ। ਹਾਂਜੀ ਬਿਲਕੁਲ, ਇਹਦੇ ਵਿੱਚ ਇਸ ਵਕਤ ਬਿਲਕੁਲ ਇੱਕ ਖਿਚੜੀ ਪੱਕੀ ਹੈਗੀ ਹੈ ਕਿ ਮੈਂ ਤੁਹਾਨੂੰ ਇੱਕ ਚੀਜ਼, ਜਦੋਂ ਟੀਮ ਜਿੱਤਦੀ ਉਹ ਤਾਂ ਸਭ ਅੱਛਾ ਹੋ ਜਾਂਦਾ, ਔਰ ਜਦੋਂ ਟੀਮਾਂ ਹਾਰਦੀਆਂ ਨੇ ਔਰ ਮੁਸਲਸਲ ਹਾਰਦੀਆਂ ਨੇ ਬੜੇ ਮਸਲੇ ਮਸਾਇਲ ਪੈਦਾ ਹੁੰਦੇ ਨੇ, ਮੀਡੀਆ 'ਚ ਵੀ ਖਾ ਪੈਂਦੀ ਹੈਗੀ ਹੈ, ਔਰ ਜਿਹੜੇ ਟੀਮ ਮੈਨੇਜਮੈਂਟ ਹੈ ਉਹਨਾਂ ਨੂੰ ਆਪਣੀਆਂ ਜਿਹੜੀਆਂ ਹੈਗੀਆਂ ਨੇ ਕੁਰਸੀਆਂ ਖਤਰੇ ਦੇ ਵਿੱਚ ਦਿਖਾਈ ਦਿੰਦੀਆਂ ਨਜ਼ਰ ਆਉਂਦੀਆਂ ਹੈਗੀਆਂ ਨੇ। ਸਰਫਰਾਜ਼ ਅਹਿਮਦ ਤੁਹਾਨੂੰ ਪਤਾ ਉਹਨਾਂ ਨੂੰ ਬਤੌਰ ਹੈਡ ਕੋਚ ਬਣਾ ਕੇ ਭੇਜਿਆ ਹੈਗਾ ਸੀ, ਲੇਕਿਨ ਉਮੀਦਾਂ ਬੜੀਆਂ ਹੈਗੀਆਂ ਸੀ ਕਿ ਟੀਮ ਜਿਹੜੀ ਹੈ ਨਾ ਅੱਛਾ ਪਰਫਾਰਮੈਂਸ ਦਾ ਮੁਜ਼ਾਹਰਾ ਕਰੇਗੀ, ਲੇਕਿਨ ਜਿਹੜਾ ਗਾਣਾ ਤੁਹਾਨੂੰ ਸਾਫ਼ ਨਜ਼ਰ ਆ ਗਿਆ ਹੈਗਾ ਕਿ ਸਰਫਰਾਜ਼ ਅਹਿਮਦ ਮੁੰਡਿਆਂ ਨੂੰ ਜਿਹੜਾ ਗਾਣਾ ਯਾਦ ਕੌਨਫੀਡੈਂਸ ਦੇਣ ਦੇ ਵਿੱਚ ਕਾਮਯਾਬ ਨਹੀਂ ਹੋਇਆ ਜਾਂ ਉਹਨਾਂ ਦੀ ਪਲੈਨਿੰਗ ਠੀਕ ਨਹੀਂ ਰਹੀ ਹੈਗੀ, ਜਿਹਦੀ ਵਜ੍ਹਾ ਦੇ ਨਾਲ ਸਰਫਰਾਜ਼ ਅਹਿਮਦ ਸਮੇਤ ਬਾਕੀ ਜਿੰਨੇ ਵੀ ਕੋਚਿਸ ਹੈਗੇ ਨੇ ਉਹਨਾਂ ਦੀ ਵਾਕਈ ਤੁਹਾਡੀ ਗੱਲ ਠੀਕ ਹੈਗੀ ਹੈ, ਕੁਰਸੀਆਂ ਹਿਲਦੀਆਂ ਨਜ਼ਰ ਆ ਰਹੀਆਂ ਹੈਗੀਆਂ ਨੇ। ਔਰ ਤੁਹਾਨੂੰ ਪਤਾ ਹੈ ਕਿ ਯੂਨਸ ਖਾਨ ਅੱਜ ਕੱਲ ਜਿਹੜੇ ਹੈਗੇ ਨੇ ਅਸੀਂ ਵੀ ਖਬਰਾਂ ਦਿੱਤੀਆਂ ਨੇ ਕਿ ਯੂਨਸ ਖਾਨ ਬਤੌਰ ਜਿਹੜਾ ਹੈਡ ਕੋਚ ਜਿਹੜਾ ਹੈਗਾ ਨਾ ਬਿਲਕੁਲ ਉਹਨਾਂ ਨੂੰ ਬਣਾਏ ਜਾਣ ਦਾ ਬਹੁਤ ਜ਼ਿਆਦਾ ਇਮਕਾਨ ਹੈਗਾ ਹੈ। ਔਰ ਸੁਲਮਾਨ ਅਲੀ ਆਗਾ, ਠੀਕ ਹੈ ਜੀ, ਸੁਲਮਾਨ ਅਲੀ ਆਗਾ ਤੇ ਵੀ ਬਹੁਤ ਜ਼ਿਆਦਾ ਕੁਐਸਚਨ ਮਾਰਕ ਹੈਗੇ ਨੇ, ਲੇਕਿਨ ਇੱਥੇ ਮੈਂ ਸਮਝਦਾ ਵਾਂ ਕਿ ਸ਼ਾਇਦ ਅਗਰ ਬਾਬਰ ਆਜ਼ਮ ਨੂੰ ਟੈਸਟ ਟੀਮ ਦਾ ਜਾਂ ਵਨਡੇ ਦਾ ਅਗਰ ਤੁਸੀਂ ਕਪਤਾਨ ਬਣਾ ਲੈਂਦੇ, ਐਕਸਪੈਰੀਮੈਂਟ ਕਰ ਲੈਂਦੇ ਤਾਂ ਬਹੁਤ ਅੱਛਾ, ਕਮ ਸੇ ਕਮ ਤੁਸੀਂ ਟੈਸਟ ਦੇ ਵਿੱਚ ਤੇ ਬਾਬਰ ਆਜ਼ਮ ਨੂੰ ਬਣਾਇਆ ਜਾ ਸਕਦਾ ਹੈਗਾ ਸੀ। ਲੇਕਿਨ ਸੁਲਮਾਨ ਅਲੀ ਆਗਾ ਉਹਨਾਂ ਦੀ ਬੁੱਕ ਦੇ ਵਿੱਚ ਹੈਗੇ ਨੇ, ਸ਼ਾਨ ਮਸੂਦ ਜਿਹੜੇ ਹੈਗੇ ਨੇ ਨਾ, ਕਿਉਂਕਿ ਮੇਰਾ ਖਿਆਲ ਹੈ ਕਿ ਜਦੋਂ ਪਾਕਿਸਤਾਨ ਆਏ ਸੀ ਬਿਲਕੁਲ ਪਾਕਿਸਤਾਨ ਟੀਮ ਬਹੁਤ ਥੱਲੇ ਲੱਗ ਕੇ ਔਰ ਹਾਰ ਕੇ ਆਈ ਸੀ, ਔਰ ਇਹਨਾਂ ਨੂੰ ਮੇਰਾ ਖਿਆਲ ਹੈ ਕਿ ਚਲੋ ਇੱਕ ਦਿਨ ਨਹੀਂ, ਇਹਨਾਂ ਨੂੰ 2-3-4 ਦਿਨ ਦੇ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਜਾਂ ਜਿਹੜਾ ਆਲਾ ਅਹੁਦੇਦਾਰ ਉਹਨਾਂ ਨੂੰ ਮਿਲਣਾ ਚਾਹੀਦਾ ਸੀ ਔਰ ਉਹਨਾਂ ਨੂੰ ਆਪਣੀ ਤੌਰ ਤੇ ਇੱਕ ਰਿਪੋਰਟ ਪੇਸ਼ ਕਰਨਾ ਚਾਹੀਦੀ ਸੀ ਔਰ ਇਹ ਕਹਿਣਾ ਚਾਹੀਦਾ ਹੈਗਾ ਸੀ ਕਿ ਚੂੰਕਿ ਮੈਂ ਟੀਮ ਨੂੰ ਉਹ ਰਿਜ਼ਲਟ ਨਹੀਂ ਦੇ ਸਕਿਆ ਹੈਗਾ ਜਿਹੜੇ ਆਪਣਾ ਕ੍ਰਿਕਟ ਫੈਨ ਹੈਗੇ ਨੇ ਐਕਸਪੈਕਟ ਕਰ ਰਹੇ ਸੀ ਜਾਂ ਪਾਕਿਸਤਾਨ ਕ੍ਰਿਕਟ ਬੋਰਡ ਕਰ ਰਿਹਾ ਹੈਗਾ ਸੀ, ਲਿਹਾਜ਼ਾ ਮੇਰਾ ਖਿਆਲ ਹੈ ਕਿ ਹੁਣ ਮੈਂ ਵੋਲੰਟੀਅਰ ਦੀ ਜਿਹੜਾ ਗਾ ਨਾ ਇਹਦੇ ਤੋਂ ਖੈਰਬਾਦ ਕਪਤਾਨੀ ਨੂੰ ਛੱਡ ਰਿਹਾ ਗਿਆ ਵਾ। ਹਾਂ ਬਤੌਰ ਕਪਤਾਨ ਅਗਰ ਸਿਲੈਕਸ਼ਨ ਕਮੇਟੀ ਸਮਝੇਗੀ ਬਤੌਰ ਪਲੇਅਰ ਮੈਂ ਟੀਮ ਵਾਸਤੇ ਖੇਡਦਾ ਰਹਾਂਗਾ, ਮੇਰਾ ਖਿਆਲ ਹੈ ਕਿ ਬਹੁਤ ਅੱਛੀ ਆਪਸ਼ਨ ਹੈਗੀ ਸੀ। ਲੇਕਿਨ ਪਾਕਿਸਤਾਨ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਇੱਕ ਟ੍ਰੈਂਡ ਚੱਲਦਾ ਹੈਗਾ, ਇਹ ਸਿਆਸਤਦਾਨਾਂ ਦੇ ਵਿੱਚ ਵੀ ਹੈਗਾ ਔਰ ਹਰ ਜਗ੍ਹਾ ਤੇ ਹੈਗਾ, ਕੋਈ ਬੰਦਾ ਵੀ ਆਪਣੀ ਕੁਰਸੀ ਛੱਡਣਾ ਨਹੀਂ ਚਾਹੁੰਦਾ ਜਿੰਨੀ ਦੇਰ ਤੱਕ ਉਹਨੂੰ ਕਾਲਰ ਤੋਂ ਫੜ ਕੇ ਸਾਈਡ ਤੇ ਨਾ ਕਰ ਦਿੱਤਾ ਜਾਏ। ਤੇ ਮੇਰਾ ਖਿਆਲ ਹੈ ਕਿ ਹੁਣ ਮੇਰਾ ਖਿਆਲ ਉਹੀ ਵਕਤ ਆ ਗਿਆ ਹੈਗਾ ਕਿ ਸ਼ਾਨ ਮਸੂਦ ਨੂੰ ਬਿਲਕੁਲ ਅਲੱਗਾ ਕਰ ਦਿੱਤਾ ਜਾਏਗਾ, ਸਾਈਡ ਲਾਈਨ ਕਰ ਦਿੱਤਾ ਜਾਏਗਾ ਔਰ ਸੁਲਮਾਨ ਅਲੀ ਆਗਾ ਜਿਹੜੇ ਹੈਗੇ ਨੇ ਉਹ ਅਗਲੇ ਟੈਸਟ ਟੀਮ ਦੇ ਵੀ ਕਪਤਾਨ ਹੋ ਸਕਦੇ ਹੈਗੇ ਨੇ। ਤੇ ਮੇਰਾ ਖਿਆਲ ਹੈ ਕਿ ਐਸਾ ਬਿਲਕੁਲ ਇਸ ਵਕਤ ਯੂਨਸ ਅਗਰ ਉਹ ਆਉਂਦੇ ਨੇ ਤੇ ਜ਼ਿਆਦਾ ਜਿਹੜੇ ਹੈਗੇ ਨੇ ਨਾ ਬਹੁਤ ਜ਼ਿਆਦਾ ਚਾਂਸਿਸ ਹੈਗੇ ਨੇ ਕਿ ਜਿਹੜਾ ਯੂਨਸ ਖਾਨ ਹੈ ਉਹਨਾਂ ਨੂੰ ਬਤੌਰ ਹੈਡ ਕੋਚ ਬਣਾ ਦਿੱਤਾ ਜਾਏਗਾ। ਅਗਰ ਉਹ ਬਣਾ ਦਿੱਤੇ ਜਾਂਦੇ ਹੈਗੇ ਨੇ ਤੇ ਫਿਰ ਸਰਫਰਾਜ਼ ਅਹਿਮਦ ਦੀ ਜਿਹੜੀ ਤਾਇਨਾਤੀ ਹੈਗੀ ਬਤੌਰ ਹੈਡ ਕੋਚ ਹੁੰਦੇ ਤੇ ਵੀ ਇੱਕ ਬੜਾ ਵੱਡਾ ਸਵਾਲੀਆ ਨਿਸ਼ਾਨ ਲੱਗ ਜਾਏਗਾ। ਮੈਨੂੰ ਲੱਗਦਾ ਹੈਗਾ ਕਿ ਸਰਫਰਾਜ਼ ਅਹਿਮਦ ਨੂੰ ਕਿਤੇ ਹੋਰ ਜਗ੍ਹਾ ਤੇ ਐਡਜਸਟ ਕਰ ਦਿੱਤਾ ਜਾਏ। ਤੇ ਦੇਖੋ ਜਿਹੜੇ ਹੈਗੇ ਨੇ ਨਾ, ਇੱਕ ਤਾਂ ਸੈਂਟਰਲ ਕੰਟਰੈਕਟ ਵਾਲਾ ਮਾਮਲਾ ਚੱਲ ਰਿਹਾ, ਟੀਮ ਮੈਨੇਜਮੈਂਟ ਜੋ ਕਿ ਅੱਗੇ ਵਰਲਡ ਕੱਪ ਵੀ ਆਣਾ ਹੈ, ਉਹਦੇ ਪਾਕਿਸਤਾਨ ਟੀਮ ਨੇ ਵੈਸਟ ਇੰਡੀਜ਼ ਜਾਣਾ ਹੈ ਖੇਲਣ ਆਪਣਾ ਟੈਸਟ ਸੀਰੀਜ਼ ਦੇ ਖਿਲਾਫ, ਟੈਸਟ ਸੀਰੀਜ਼ ਹੋਣੀ ਹੈ, ਫਿਰ ਇੰਗਲੈਂਡ ਵੀ ਜਾਣਾ ਹੈਗਾ ਤੇ ਮੁਸਲਸਲ ਕ੍ਰਿਕਟ ਹੋਣੀ ਹੈ ਬਾਹਰ ਇੰਟਰਨੈਸ਼ਨਲ ਸਤ੍ਹਾ ਤੇ, ਯਾਨੀ ਕਿ ਪਾਕਿਸਤਾਨ ਦੇ ਵਿੱਚ ਨਹੀਂ ਹੈ ਲੇਕਿਨ ਉਧਰ ਹੋ ਰਹੀ ਹੈ। ਉਹਦੇ ਵਾਸਤੇ ਹੁਣ ਸੋਚ ਰਹੇ ਨੇ ਕਿ ਜੋ ਕੁਝ ਆ ਰਿਹਾ ਹੋ ਗਿਆ, ਜੋ ਕੁਝ ਸਾਡੀ ਟੀਮਾਂ ਦੇ ਨਾਲ ਹਾਲ ਹੋ ਗਿਆ, ਸ਼ਿਕਸਤਾਂ ਹੋ ਗਈਆਂ ਨੇ, ਉੱਥੋਂ ਜਿਹੜੀ ਗਈ ਨਾ ਕਮ ਸੇ ਕਮ ਕੋਈ ਐਸੀ ਐਫਰਟ ਕਰ ਲਿੱਤੀ ਜਾਏ, ਕੋਸ਼ਿਸ਼ ਕਰ ਲਿੱਤੀ ਜਾਏ ਕਿ ਟੀਮ ਜਿਹੜੀ ਹੈਗੀ ਹੈ ਉਹ ਜਿੱਤਣਾ ਸ਼ੁਰੂ ਕਰ ਦੇ। ਤੇ ਮੇਰਾ ਖਿਆਲ ਹੈ ਕਿ ਇਸ ਵਕਤ ਜਿਹੜੇ ਗਏ ਨੇ ਪਾਕਿਸਤਾਨ ਕ੍ਰਿਕਟ ਬੋਰਡ ਵਿੱਚ ਜਿਹੜੇ ਗਏ ਨੇ ਨਾ, ਸਭ ਤੋਂ ਵੱਡੀ ਜਿਹੜੀ ਗੱਲ ਹੈ ਮੇਰਾ ਖਿਆਲ ਹੈ ਇਹਨਾਂ ਤਮਾਮ ਤਰ ਜਿਹੜੀ ਹੈਗੀਆਂ ਨੇ ਨਾ ਵਜੂਹਾਤ ਦਾ ਜਿਹੜਾ ਹੈਗਾ ਨਾ ਇੱਕ ਜਿਹੜਾ ਨਿਊਕਲੀਅਸ ਹੈਗਾ, ਜਿਹੜਾ ਮੰਬਾ ਹੈਗਾ, ਉਹ ਮੇਰਾ ਖਿਆਲ ਆਕਿਬ ਜਾਏ ਨੇ ਮਾਸ਼ਾਅੱਲਾ ਫਨਕਾਰ ਹੈਗੇ ਨੇ, ਉਹ ਜਿਹੜੀ ਤਵੱਜੋ ਹੈਗੀ ਨਾ ਉਹ ਡੈਵਲ ਕਰ ਦਿੰਦੇ ਹੈਗੇ। ਠੀਕ ਹੈ ਜੀ। ਮੀਆਂ ਸਾਹਿਬ ਇੱਕ ਗੱਲ ਕੀਤੀ ਹੈ ਕਿ ਜੀ ਅਸੀਂ ਉਹ ਖਿਡਾਰੀਆਂ ਨੂੰ ਲਿਆਉਣਾ ਚਾਹੁੰਦੇ ਜਿਹੜੇ ਲੌਂਗ ਟਰਮ ਖੇਡਣ, ਜਿਵੇਂ ਮੈਂ ਕਾਮਰਾਨ ਗੁਲਾਮ ਦੀ ਗੱਲ ਕੀਤੀ ਹੈ, ਸ਼ਾਹਜ਼ੇਬ ਖਾਨ, ਇਹ ਵਿਚਾਰੇ ਪਰਫਾਰਮ ਕਰਕੇ ਥੱਕ ਗਏ ਨੇ ਡੋਮੈਸਟਿਕ ਕ੍ਰਿਕਟ ਵਿੱਚ। ਤੁਸੀਂ ਵੇਖ ਲਓ ਸੁਫਿਆਨ ਮੁਕੀਮ ਦੀ ਮਿਸਾਲ ਮੌਜੂਦ ਹੈ, ਆਸਟ੍ਰੇਲੀਆ ਦੇ ਖਿਲਾਫ ਸਪਿਨਿੰਗ ਟਰੈਕ ਉੱਤੇ ਉਹਨੂੰ ਇੱਕ ਮੈਚ ਨਹੀਂ ਖਿਲਾਇਆ, 3 ਮੈਚਾਂ ਬਾਅਦ ਵੀ ਉਹਨੂੰ ਕਿਸੇ ਨੇ ਕੰਸੀਡਰ ਹੀ ਨਹੀਂ ਕੀਤਾ। ਤੇ ਤੁਹਾਨੂੰ ਲੱਗਦਾ ਆਕਿਬ ਜਾਵੇਦ ਸਾਹਿਬ ਵੀ ਕਿਤੇ ਨਾ ਕਿਤੇ ਗਲਤੀ ਕਰ ਰਹੇ, ਆਪਣੀ ਜ਼ਿੰਮੇਵਾਰੀ ਦਾ ਉਹਨਾਂ ਨੂੰ ਸਹੀ ਤਰ੍ਹਾਂ ਅਹਿਸਾਸ ਨਹੀਂ ਹੈ? ਸਰ ਜੀ, ਕਿਉਂਕਿ ਉਹਨਾਂ ਨੂੰ ਪਾਕਿਸਤਾਨ ਕ੍ਰਿਕਟ ਬੋਰਡ ਦੇ ਵਿੱਚ ਬਹੁਤ ਹੀ ਜਿਹੜੀ ਹੈਗੀ ਨਾ ਵੱਡੀ ਜ਼ਿੰਮੇਵਾਰੀ ਮਿਲੀ ਹੈਗੀ,
ਠੀਕ ਹੈ, ਲੇਕਿਨ ਮੇਰਾ ਨਹੀਂ ਖਿਆਲ ਕਿ ਉਹੀ ਤੇ ਗੱਲ ਹੈਗੀ ਹੈ ਕਿ ਸਭ ਤੋਂ ਪਹਿਲੇ ਜਿਹੜਾ ਗਾ ਨਾ, ਜਿਹੜਾ ਵੱਡਾ ਆਦਮੀ ਹੁੰਦਾ ਹੈ, ਅਗਰ ਟੀਮਾਂ ਹਾਰਦੀਆਂ ਪਈਆਂ ਨੇ ਤਾਂ ਉਹਨੂੰ ਸਭ ਤੋਂ ਪਹਿਲੇ ਆਪਣੇ ਗਿਰਬਾਨ ਦੇ ਵਿੱਚ ਝਾਕਣਾ ਚਾਹੀਦਾ ਹੈਗਾ ਹੈ ਕਿ ਬਈ ਕੀ ਮਸਲੇ ਮਸਾਇਲ ਹੈਗੇ ਨੇ, ਮੈਂ ਜਿਹੜੇ ਗਿਣੇ ਨਾ ਪਲੈਨਿੰਗ ਦੇ ਰਿਹਾ ਵਾਂ ਉਹਦੇ ਮੁਤਾਬਿਕ ਉਹ ਜਿਹੜੇ ਹੈਗੇ ਫਾਰਮੂਲੇ ਕਾਮਯਾਬ ਕਿਉਂ ਨਹੀਂ ਹੋ ਰਹੇਗੇ। ਤੇ ਉਹੀ ਜਿਹੜੀ ਤੁਹਾਡੀ ਗੱਲ ਹੈਗੀ ਹੈ ਕਿ ਸਭ ਤੋਂ ਵੱਡਾ ਜਿਹੜਾ ਜ਼ੁਲਮ ਹੋ ਰਿਹਾ ਹੈ ਕਿ ਜਿਹੜਾ ਡੋਮੈਸਟਿਕ ਕ੍ਰਿਕਟ ਦੇ ਜਿਹੜੇ ਪਰਫਾਰਮਰ ਹੈਗੇ ਨੇ ਨਾ, ਉਹਨਾਂ ਨੂੰ ਉਹ ਚਾਂਸ ਨਹੀਂ ਮਿਲਦਾ ਜਿਹੜਾ ਮਿਲਣਾ ਚਾਹੀਦਾ। ਔਰ ਸਭ ਤੋਂ ਵੱਡੀ ਜਿਹੜੇ ਕਾਮਰਾਨ ਗੁਲਾਮ ਦਾ ਤੁਸੀਂ ਜ਼ਿਕਰ ਕੀਤਾ, ਔਰ ਇਸ ਤੋਂ ਵੀ ਵੱਡੀ ਜਿਹੜੀ ਗੱਲ ਹੈਗੀ ਹੈ ਕਿ ਸੁਫਿਆਨ ਮੁਕੀਮ ਨੂੰ ਹਰ ਹਾਲ ਦੇ ਵਿੱਚ ਟਰਾਈ ਕਰਨਾ ਚਾਹੀਦਾ ਸੀ। ਆਸਟ੍ਰੇਲੀਆ ਦੇ ਖਿਲਾਫ ਸੀਰੀਜ਼ ਦੇ ਵਿੱਚ ਪਾਕਿਸਤਾਨ ਸੁਪਰ ਲੀਗ ਦੇ ਵੀ ਉਹ ਬੈਸਟ ਬੋਲਰ ਰਹੇਗੇ ਸੀ। ਮੇਰਾ ਖਿਆਲ ਹੈ ਕਿ ਉਹ ਜਿਹੜਾ ਇੱਕ ਟੌਪਰ ਹੁੰਦਾ ਹੈ, ਕਮ ਸੇ ਕਮ ਉਹਨੂੰ ਤੁਸੀਂ ਚਾਂਸ ਨਹੀਂ ਦੇਣਾ ਤੇ ਫਿਰ ਕਿਦੋਂ ਦੇਣਾ ਹੈਗਾ। ਔਰ ਮੇਰਾ ਖਿਆਲ ਹੈ ਕਿ ਇਸ ਦਫਾ ਜਿਹੜੀ ਆਸਟ੍ਰੇਲੀਆ ਦੀ ਟੀਮ ਵੀ ਇੰਨੀ ਹੈਵੀ ਨਹੀਂ ਸੀ ਆਈ, ਤੇ ਮੇਰਾ ਖਿਆਲ ਹੈ ਕੌਨਫੀਡੈਂਸ ਇੱਥੇ ਇੱਕ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ, ਇੱਕ ਜਿਹੜਾ ਨਵਾਂ ਮੁੰਡਾ ਹੁੰਦਾ ਹੈ ਨਾ, ਉਹਨੂੰ ਕਮ ਸੇ ਕਮ ਤੁਸੀਂ ਆਪਣੇ ਹੋਮ ਗਰਾਊਂਡ ਦੇ ਵਿੱਚ, ਆਪਣੇ ਜਿਹੜੇ ਆਪਣੇ ਮੁਲਕ ਦੇ ਵਿੱਚ ਗਰਾਊਂਡ ਹੋਵੇ ਔਰ ਤਮਾਸ਼ਾਈ ਆਪਣੇ ਹੋਣ, ਉਹਦੇ ਵਿੱਚ ਅਗਰ ਤੁਸੀਂ ਮੈਦਾਨ ਦੇ ਵਿੱਚ ਪਰਫਾਰਮੈਂਸ ਦੇਗਾ, ਕਿਉਂਕਿ ਉਹ ਜਿਹੜੇ ਹੁੰਦੇ ਨੇ ਨਾ ਕ੍ਰਿਕਟ ਫੈਨ ਉਹਨੂੰ ਭਰਪੂਰ ਸਪੋਰਟ ਕਰ ਰਹੇ ਹੁੰਦੇ ਨੇ। ਤੇ ਮੇਰਾ ਖਿਆਲ ਹੈ ਕਿ ਕਮ ਸੇ ਕਮ ਸੁਫਿਆਨ ਮੁਕੀਮ, ਕਾਮਰਾਨ ਗੁਲਾਮ ਔਰ ਤੁਸੀਂ ਨੁਮਾਨ ਅਲੀ ਔਰ ਸਾਜਿਦ ਖਾਨ ਵੀ, ਤੁਹਾਨੂੰ ਪਤਾ ਸਪੈਸ਼ਲੀ ਜਿਹੜਾ ਸਾਜਿਦ ਖਾਨ ਹੈ ਉਹਦੀ ਪਰਫਾਰਮੈਂਸ ਜਦੋਂ ਵੀ ਉਹ ਦਿੰਦੇ ਨੇ ਪਰਫਾਰਮ ਕਰਦਾ, ਲੇਕਿਨ ਜਿਹੜਾ ਹੈਗਾ ਨਾ ਇਗਨੋਰ ਕਿਤੇ ਨਾ ਕਿਤੇ ਨੇ ਇਹਨਾਂ ਨੂੰ ਇਗਨੋਰ ਕਰ ਦਿੱਤਾ ਜਾਂਦਾ ਹੈ। ਤੇ ਹੁਣ ਬਿਲਕੁਲ ਜੀ, ਉਮੀਦ ਕਰਦੇ ਹਾਂ ਕਿ ਚੀਜ਼ਾਂ ਬਿਹਤਰੀ ਤਰਫ ਜਾਣਗੀਆਂ। ਮੀਆਂ ਸਾਹਿਬ ਸਾਡੀ ਵੀ ਦੁਆ ਹੈ ਕਿਉਂਕਿ ਅੱਗੇ ਵੈਸਟ ਇੰਡੀਜ਼ ਦੇ ਖਿਲਾਫ ਵੀ 26 ਜੁਲਾਈ ਤੋਂ ਟੈਸਟ ਸੀਰੀਜ਼ ਦਾ ਆਗਾਜ਼ ਹੋਏਗਾ, ਫਿਰ ਇੰਗਲੈਂਡ ਵਰਗੀ ਟੀਮ ਦੇ ਖਿਲਾਫ ਅਸੀਂ ਖੇਡਣਾ ਹੈ। ਤੇ ਅਸੀਂ ਕ੍ਰਿਕਟ ਦੀ ਗੱਲ ਕਰ ਲਈ, ਜਰਾ ਆਪਣੀ ਕੌਮੀ ਖੇਡ ਦੀ ਗੱਲ ਕਰੀਏ। ਮੀਆਂ ਸਾਹਿਬ ਮੈਨੂੰ ਅੱਛੀ ਤਰ੍ਹਾਂ ਯਾਦ ਹੈ ਅਸੀਂ ਇਸ ਸ਼ੋਅ ਵਿੱਚ ਬਹਿ ਕੇ ਬੜੀ ਉਮੀਦਾਂ ਬਣ ਲਈਆਂ ਸਨ ਕਿ ਪਤਾ ਨਹੀਂ ਹੁਣ ਹਾਕੀ ਦੀ ਟੀਮ ਜਾਪਾਨ ਨੂੰ ਹਰਾ ਕਰ ਕਿਸੇ ਨੂੰ ਨਹੀਂ ਛੱਡੇਗੀ ਅੱਗੇ ਜਾ ਕੇ, ਲੇਕਿਨ ਇਹ ਤਾਂ ਐਕਸਪੋਜ਼ ਹੋ ਗਏ ਨੇ। ਬੈਲਜੀਅਮ ਤੋਂ 7-1 ਤੋਂ ਹਾਰ ਗਏ, ਸਪੇਨ ਕੋਲੋਂ 5-1 ਤੋਂ ਹਾਰ ਗਏ, ਕੋਈ ਫਾਈਟਿੰਗ ਸਪਿਰਿਟ ਵੀ ਨਜ਼ਰ ਨਹੀਂ ਆ ਰਿਹਾ, ਮੈਨੇਜਮੈਂਟ ਵੀ ਚੇਂਜ ਹੋ ਗਈ, ਹਰ ਖਿਲਾੜੀ ਨੂੰ 24-24 ਲੱਖ ਰੁਪਏ ਦੇਤਾ, ਕੋਈ ਫਾਈਨੈਂਸ਼ਲੀ ਮਸਲਾ ਵੀ ਨਹੀਂ ਹੈਗਾ। ਤੇ ਕੀ ਵਜ੍ਹਾ ਹੈ, ਕਿਉਂ ਅਸੀਂ ਸਿੱਖ ਨਹੀਂ ਰਹੇ, ਕਿੱਥੇ ਲੈਕ ਕਰ ਰਹੇ ਹਾਂ? ਆਪਕਾ ਮੈਂ ਤੁਹਾਨੂੰ ਸਹੀ ਦੱਸਾਂ, ਅਸਲ ਜਿਹੜੀ ਗੱਲ ਹੈਗੀ ਹੈ ਕੌਮੀ ਖੇਡ ਦੀ ਜਿਹੜੀ ਤਬਾਹੀ ਬਰਬਾਦੀ, ਜਿਹੜੀ ਬਹੁਤ ਵੱਡੀ ਜਿਹੜੀ ਜ਼ਿੰਮੇਵਾਰੀ ਹੈਗੀ ਹੈ ਫੈਡਰੇਸ਼ਨ ਤੇ ਹੈਗੀ ਹੈ, ਮੈਨੇਜਮੈਂਟ ਵੀ ਹੈਗੀ ਹੈ, ਲੇਕਿਨ ਜਿਹੜੇ ਸਭ ਤੋਂ ਵੱਡੇ ਜਿਹੜੇ ਜ਼ਿੰਮੇਦਾਰ ਹੈਗੇ ਨੇ ਉਹ ਖਿਲਾੜੀ ਖੁਦ ਹੈਗੇ ਨੇ। ਖਿਲਾੜੀਆਂ ਦੀ ਨੀਅਤ ਠੀਕ ਨਹੀਂ ਹੈਗੀ। ਇਹ ਜਿਸ ਵਕਤ ਨਾ ਤੇ ਇਹਨਾਂ ਨੂੰ ਖੇਲਣਾ ਆਉਂਦਾ, ਮੈਂ ਤੁਹਾਨੂੰ ਜੈਨੂਅਨ ਸਹੀ ਦੱਸ ਰਿਹਾ ਵਾਂ ਕਿ ਇਹਨਾਂ ਨੂੰ ਖੇਲਣਾ ਵੀ ਨਹੀਂ ਆਉਂਦਾ, ਇਹਨਾਂ ਦੀ ਉਹ ਸਕਿੱਲ ਹੈ ਹੀ ਨਹੀਂ ਜਿਹੜੀ ਇੱਕ ਇੰਟਰਨੈਸ਼ਨਲ ਸਤਰ ਤੇ ਹੋਣੀ ਚਾਹੀਦੀ। ਮੈਂ ਤੇ ਹੈਰਾਨ ਰਹਿ ਗਿਆ ਬੈਲਜੀਅਮ ਨੂੰ ਵੇਖ ਕੇ ਮੀਆਂ ਸਾਹਿਬ, ਜਿਸ ਤਰ੍ਹਾਂ ਸਪੀਡ ਨਾਲ ਖੇਡਦੇ ਪਏ ਸੀਗੇ, ਸਕਿੱਲਸ ਦਾ ਉਹਨਾਂ ਨੇ ਮੁਜ਼ਾਹਰਾ ਕੀਤਾ। ਸਾਡੀ ਟੀਮ ਤਾਂ ਐਂ ਲੱਗਦੀ ਸੀ ਜਿਵੇਂ ਕੋਈ ਕੀਨੀਆ ਦੀ ਟੀਮ ਹੈ। ਬਿਲਕੁਲ ਕੀਨੀਆ ਛੱਡ ਕੇ ਮੈਨੂੰ ਤਾਂ ਲੱਗ ਰਿਹਾ ਹੈ ਕਲੱਬ ਲੈਵਲ ਦੀ ਟੀਮ ਹੈਗੀ ਹੈ। ਇਹ ਮੁੰਡੇ ਬੇਸਿਕਲੀ ਜਿਹੜੇ ਹੈਗੇ ਨੇ ਨਾ, ਜਦੋਂ ਪਲੇਅਰ ਰਹਿੰਦਾ ਹੈ ਤਾਂ ਉਹਦੀ ਪਰਫਾਰਮੈਂਸ ਹੁੰਦੀ ਹੈ। ਜਦੋਂ ਪਲੇਅਰ ਪੋਲੀਟੀਸ਼ੀਅਨ ਬਣ ਜਾਏ ਨਾ, ਸਿਆਸਤਦਾਨ ਬਣ ਜਾਏ ਔਰ ਟੀਮ ਦੇ ਵਿੱਚ ਪੋਲਿਟਿਕਸ ਕਰੇ, ਫਿਰ ਉਹ ਕਦੀ ਵੀ ਜਿਹੜਾ ਗਾਣਾ ਉਹ ਕਾਮਯਾਬੀ ਨਹੀਂ ਹੋ ਸਕਦੀ। ਮੈਂ ਤੁਹਾਨੂੰ ਇੱਕ ਚੀਜ਼ ਦੱਸ ਰਹਾ ਕਿ ਜਿਹੜਾ ਪ੍ਰੋ ਹਾਕੀ ਲੀਗ ਦਾ ਪਹਿਲਾ ਔਰ ਦੂਸਰਾ ਮਰਹਲਾ ਜਦੋਂ ਅਸੀਂ ਆਸਟ੍ਰੇਲੀਆ ਗਏ ਸੀ, ਔਰ ਉਹਦੇ ਬਾਅਦ ਇੱਕ ਬੜਾ ਵੱਡਾ ਸ਼ੋਸ਼ਾ ਛੱਡ ਦਿੱਤਾ ਗਿਆ ਸੀ ਕਪਤਾਨ ਔਰ ਦੂਸਰੇ ਜਿਹੜੇ ਪਲੇਅਰਾਂ ਨੇ, ਔਰ ਉਹ ਪੂਰੇ ਦਾ ਪੂਰਾ, ਕਿਉਂਕਿ ਉਹਦੇ ਪਿੱਛੇ ਇੱਕ ਬੜੀ ਵੱਡੀ ਗੇਮ ਹੈਗੀ ਸੀ, ਉਹਦੇ ਵਾਸਤੇ ਇੱਕ ਅਲੱਗਾ ਪ੍ਰੋਗਰਾਮ ਹੋ ਸਕਦਾ ਹੈ, ਬੜੀ ਵੱਡੀ ਗੇਮ ਹੈਗੀ ਸੀ, ਔਰ ਜਿੰਦੀ ਵਜ੍ਹਾ ਨਾਲ ਪੂਰੀ ਦੀ ਪੂਰੀ ਜਿਹੜੀ ਪਾਕਿਸਤਾਨ ਹਾਕੀ ਫੈਡਰੇਸ਼ਨ ਦੀ ਉਸ ਵਕਤ ਦੀ ਇੰਤਜ਼ਾਮੀਆ ਸੀ ਉਹਨੂੰ ਖਾ ਗਈ ਹੈਗੀ ਸੀ। ਇਹਨਾਂ ਨੂੰ ਪਲੇਅਰਾਂ ਨੂੰ ਬਾਕਾਇਦਾ ਫੀਡ ਕੀਤਾ ਗਿਆ ਸੀ ਕਿ ਤੁਸੀਂ ਇਹ ਇੰਜ ਕੰਮ ਕਰਨਾ। ਉੱਥੇ ਵੀ ਤੁਸੀਂ ਦੇਖ ਲਓ ਕਿ ਪਲੇਅਰਾਂ ਦੀ ਕਾਰਕਰਦਗੀ 0/0 ਹੈਗੀ ਸੀ। ਯਾਦ ਹੈਗਾ, ਮੈਂ ਸਮਝਦਾ ਕਿ ਹਾਰਨਾ ਕੋਈ ਬਹੁਤ ਵੱਡੀ ਬੁਰੀ ਚੀਜ਼ ਨਹੀਂ ਹੈਗੀ, ਲੇਕਿਨ ਕਮ ਸੇ ਕਮ ਫਾਈਟ ਕਰਕੇ ਤਾਂ ਹਾਰੋ ਨਾ। ਇੱਕ ਹੁਣ ਤੱਕ 10 ਮੈਚ ਹੋ ਚੁੱਕੇ ਨੇ, 8 ਮੈਚ, ਯਾਨੀ ਕਿ ਅਸੀਂ ਅਰਜਨਟੀਨਾ ਔਰ ਆਸਟ੍ਰੇਲੀਆ ਦੇ ਵਿੱਚ 2, ਹੁਣ ਯੂਰਪ ਦੇ ਵਿੱਚ ਜਿਹੜਾ ਹੈਗਾ ਨਾ ਬੈਲਜੀਅਮ ਦੇ ਵਿੱਚ 2 ਮੈਚ ਹੋ ਗਏ, ਟੋਟਲ 10 ਮੈਚ ਅਸੀਂ ਹਾਰ ਚੁੱਕੇ ਹੈਗੇ ਆ। ਇੰਡੀਆ ਕੋਲੋਂ ਖੇਲਣਾ, ਅਸੀਂ ਇੰਗਲੈਂਡ ਦਾ ਮੁਕਾਬਲਾ ਕਰਨਾ। ਨਹੀਂ, ਮੈਂ ਤਾਂ ਕਹਿ ਰਿਹਾ ਇੰਡੀਆ ਦਾ ਵੀ ਕਰਦਾ ਹੈਗਾ। ਮੈਨੂੰ ਤਾਂ ਲੱਗਦਾ ਕਿ ਉੱਥੋਂ ਵੀ ਅਸੀਂ ਬਹੁਤ ਜ਼ਿਆਦਾ ਬਿਸਤਰ ਹੋ ਜੀ। ਔਰ ਤੁਸੀਂ ਦੇਖੋ ਕਿ ਇੱਕ ਕੁਐਸਚਨ ਹੋ ਰਿਹਾ ਕਿ ਅਸੀਂ ਆਖਰੀ ਦਫਾ ਇੰਡੀਆ ਕੋਲੋਂ ਕਿਹੜੇ ਜਿੱਤੇ ਗਏ ਸੀ। ਤੇ ਮੇਰਾ ਖਿਆਲ ਹੈ ਕਿ ਕੋਚਿਸ ਜਿਹੜੇ ਹੈਗੇ ਨੇ ਨਾ, ਜਿਹੜੇ ਨਾਲ ਕੋਚਿਸ ਹੈਗੇ ਨੇ, ਇਹਨਾਂ ਦੇ ਵਿੱਚ ਵੀ ਉਹ ਚੀਜ਼ ਨਹੀਂ ਹੈਗੀ। ਇਹਨਾਂ ਨੇ ਵੀ ਉਹ ਚੀਜ਼ਾਂ ਦੇਖੀਆਂ ਨੇ ਕਿ ਚੱਲ ਯਾਰ ਟੂਰ ਹੋ ਰਿਹਾ ਤੇ ਨਾਲ ਜਿਹੜਾ ਹੈਗਾ ਨਾ ਡਾਲਰ ਵੀ ਆ ਜਾਣਗੇ, ਟੂਰ ਵੀ ਹੋ ਜਾਏਗਾ ਔਰ ਬੱਲੇ ਬੱਲੇ ਵੀ ਹੋ ਜਾਏਗੀ। ਇਹਦੇ ਵਿੱਚ ਜਿਹੜਾ ਮੈਨੂੰ ਸਪਾਰਕ ਥੋੜਾ ਜਿਹਾ ਨਜ਼ਰ ਆ ਰਿਹਾ, ਉਹ ਖਵਾਜਾ ਜਨੇਰ ਜਿਹੜੇ ਹੈਗੇ ਨੇ ਨਾ, ਉਹ ਬਿਲਕੁਲ ਜਿਹੜੇ ਹੈਗੇ ਨੇ ਨਾ ਪ੍ਰੋਫੈਸ਼ਨਲ ਕੋਚ ਹੈਗੇ ਨੇ। ਉਹਨਾਂ ਦੀ ਕੋਚਿੰਗ ਦੇ ਵਿੱਚ ਟੀਮ ਨੇ ਵਰਲਡ ਕੱਪ ਵਾਸਤੇ ਕੁਆਲੀਫਾਈ ਵੀ ਕੀਤਾ। ਲੇਕਿਨ ਮਨਜ਼ੂਰੁਲ ਹਸਨ ਸੀਨੀਅਰ, ਮੇਰਾ ਨਹੀਂ ਖਿਆਲ ਕਿ ਮੈਨੂੰ ਉਹਨਾਂ ਕੋਲ ਬੜੀ ਤਵੱਕੁਆਤ ਹੈਗੀਆਂ ਸੀ, ਲੇਕਿਨ ਉਹ ਜਿਸ ਤਰੀਕੇ ਨਾਲ ਇਹਦੇ ਕੈਂਪ ਦੇ ਵਿੱਚ ਵੀ ਉਹਨਾਂ ਨੂੰ ਵੇਖ ਰਹੇ ਸੀ ਔਰ ਜਿਹੜੇ ਹੈਗੇ ਨੇ ਨਾ, ਕੋਈ ਨਜ਼ਰ ਨਹੀਂ ਸੀ ਆ ਰਿਹਾ ਕਿ ਕੋਈ ਇੰਨਾ ਸੀਨੀਅਰ। ਸਭ ਸਾਡੇ ਜਿਹੜੇ ਜ਼ਰਾਇਰ ਨੇ ਉਹਨਾਂ ਨੇ ਗੱਲ ਕੀਤੀ ਹੈ ਟੀਮ ਮੈਨੇਜਮੈਂਟ ਤੋਂ ਕਿ ਕਿਉਂ ਸਾਡੀ ਪਰਫਾਰਮੈਂਸ ਇੰਨੀ ਖਰਾਬ ਹੈ। ਉਹਨਾਂ ਨੇ ਕਿਹਾ ਜੀ ਇੱਕ ਤਾਂ ਸਾਡੇ 2 ਖਿਲਾੜੀ ਇੰਜਰਡ ਹੋ ਗਏ ਨੇ, ਦੂਸਰਾ ਸਾਡਾ ਜਿਹੜਾ ਕੀਪਿੰਗ ਦਾ ਸ਼ੋਪ ਹੈ ਨਾ ਉਹ ਬਹੁਤ ਲੈਕ ਕਰ ਰਿਹਾ, ਸਾਨੂੰ ਇੱਕ ਗੋਰਾ ਕੋਚ ਚਾਹੀਦਾ। ਮਤਲਬ ਹੁਣ 5-6 ਸਾਲ ਹੋ ਗਏ ਅਸੀਂ ਇਹੀ ਮਸਲੇ ਮਸਾਇਲ ਸੁਣਦੇ ਪਏ ਨੇ ਕਿ ਅਸੀਂ ਕਿਉਂ ਨਹੀਂ ਸਿੱਖਦੇ ਪਏ ਫਿਰ।
ਸਰ ਜੀ ਮੇਰੀ ਗੱਲ, ਕ੍ਰਿਕਟ 'ਚ ਵੀ ਜੋ ਕੁਝ ਹੋ ਰਿਹਾ ਹੈ ਨਾ, ਹਾਕੀ ਦੇ ਵਿੱਚ ਵੀ, ਹਾਕੀ 'ਚ ਉਸ ਤੋਂ ਵੀ ਵੱਡੇ ਫਨਕਾਰ ਬੈਠੇ ਹੈਗੇ ਨੇ। ਹਮੇਸ਼ਾ ਜਿਹੜੀ ਗਿਆ ਨਾ ਛੋਟਾ ਜਿਹੜਾ ਹੈਗਾ ਨਾ ਇਸ਼ੂ, ਉਹਨੂੰ ਦਬਾਉਣ ਵਾਸਤੇ ਉਸ ਤੋਂ ਵੱਡਾ ਇਸ਼ੂ ਜਿਹੜਾ ਹੈਗਾ ਨਾ ਉਹਨੂੰ ਕ੍ਰੀਏਟ ਕਰ ਦਿੱਤਾ ਜਾਂਦਾ ਹੈਗਾ। ਮੈਨੂੰ ਖਿਆਲ ਹੈ 25-26 ਸਾਲ 'ਚ ਸੁਣ ਰਿਹਾ ਵਾਂ, ਪਾਕਿਸਤਾਨ ਟੀਮ ਮੁਸਲਸਲ ਜਦੋਂ ਹਾਰ ਕੇ ਆਉਂਦੀ ਹੈ ਨਾ, ਜਿਹੜੇ ਕੋਚਿਸ ਉਹ ਪਤਾ ਨਹੀਂ ਉਹ ਜਿਹੜੇ ਹੈਗੇ ਨੇ ਨਾ, ਉਹਨੇ ਮੁੰਡਿਆਂ ਦੇ ਤਿਆਰੀ ਨਹੀਂ ਕਰਦੇ ਹੈਗੇ ਜਿੰਨੀਆਂ ਜਿਹੜੇ ਹੈਗੇ ਨੇ ਨਾ ਆਪਣੀਆਂ ਸਫਾਈਆਂ ਦੇਣ ਵਾਸਤੇ। ਦੇਖੋ ਜੀ ਕਿ 70% ਜਾਂ 80% ਜਿਹੜਾ ਹੈਗਾ ਜਿਹੜਾ ਗਾਣਾ ਬਾਲ ਪੋਜੈਸ਼ਨ ਸਾਡੇ ਕੋਲ ਰਿਹਾ ਹੈਗਾ ਸੀ, ਔਰ ਉਹਦੇ ਬਾਅਦ ਦੇਖੋ ਅਸੀਂ ਸਾਰੇ ਮੈਚ ਬਹੁਤ ਅੱਛੇ ਖੇਲੇ ਨੇ। ਇੱਕ ਮੈਚ ਅਸੀਂ ਬਹੁਤ ਬੁਰਾ ਖੇਲਿਆ ਜਿਹਦੇ ਨਾਲ ਅਸੀਂ ਟੀਮੋਂ ਬਾਹਰ ਹੋ ਗਏ, ਔਰ ਉਹਦੇ ਵਿੱਚ ਉਹਦੇ ਬਾਅਦ ਦੱਸਣਗੇ ਕਿ ਬਈ ਸਾਡੇ ਕੋਲ ਇਨਫਰਾਸਟ੍ਰਕਚਰ ਉਹ ਨਹੀਂ ਹੈਗਾ। ਸਿਰਫ ਹਾਲੈਂਡ ਜੈਸੇ ਮੁਲਕ ਦੇ ਵਿੱਚ ਇੰਨੀਆਂ ਆਸਟ੍ਰੋਟਰਫ ਹੈਗੀਆਂ ਨੇ ਕਿ ਜਿੰਨੀਆਂ ਆਪਣਾ ਕਲੱਬ ਲੈਵਲ ਤੇ ਇੰਨੀਆਂ ਜ਼ਿਆਦਾ ਹੈਗੀਆਂ ਨੇ, ਤੇ ਪਾਕਿਸਤਾਨ ਕੋਲ ਜਿਹੜੇ ਨਾ ਹੁੰਦੇ ਬਰਾਬਰ ਨੇ, ਉਹਨਾਂ ਦਾ ਫੰਡ ਇੰਨੇ ਜ਼ਿਆਦਾ ਹੈਗੇ ਨੇ, ਸਾਡੇ ਕੋਲ ਫੰਡ ਨਾ ਹੁੰਦੇ ਇੰਨੇ। ਸਰ ਇਸੇ ਐਸੇ ਜਵਾਬ ਕਰੇ ਜਾਂਦੇ ਨੇ ਕਿ ਜਦੋਂ ਇਹਨਾਂ ਨੂੰ ਬੈਠ ਕੇ ਟੇਬਲ ਟਾਕ ਕੀਤੀ ਜਾਂਦੀ ਹੈ, ਅਗਲਾ ਜਿਹੜਾ ਜ਼ਿੰਮੇਦਾਰ ਜਿਹੜਾ ਅਹਿਮ ਪੋਸਟ ਤੇ ਬੰਦਾ ਬੈਠਾ ਹੁੰਦਾ ਨਾ, ਉਹ ਕਹਿੰਦੇ ਨੇ ਯਾਰ ਵਾਕਈ ਇਹ ਤਾਂ ਬੜੇ ਮਜ਼ਲੂਮ ਲੋਕ ਹੈਗੇ ਨੇ। ਬੇਸਿਕਲੀ ਮਜ਼ਲੂਮ ਵਗੈਰਾ ਨਹੀਂ ਹੁੰਦੇ, ਇਹਨਾਂ ਦੇ ਜਿਹੜੇ ਟਾਰਗੇਟ ਹੈਗੇ ਨੇ ਸਿਰਫ ਔਰ ਸਿਰਫ ਸੈਰ ਸਪਾਟੇ ਕਰਨਾ, ਔਰ ਉਹਦੇ ਬਾਅਦ ਜਿਹੜਾ ਗਾਏ ਨਾ ਆਪਣਾ TADA ਬਣਾਉਣਾ, ਜ਼ਿਆਦਾ ਡਾਲਰ ਕਮਾਉਣਾ ਹੁੰਦਾ ਹੈ। ਜਿਸ ਵਕਤ ਤੱਕ ਇਹਨਾਂ ਦੀ ਨੀਅਤਾਂ ਠੀਕ ਨਹੀਂ ਹੋਣਗੀਆਂ, ਰਿਜ਼ਲਟ ਇਹੀ ਆਉਣਗੇ। ਤੁਸੀਂ ਭਾਵੇਂ ਦੁਨੀਆ ਦਾ ਮਹਿੰਗਾ ਤੋਂ ਮਹਿੰਗਾ ਕੋਚ ਵੀ ਲੈ ਆਵੋਗੇ ਨਾ, ਤੇ ਮੇਰਾ ਖਿਆਲ ਹੈ ਕਿ ਟੀਮ ਦਾ ਹਾਲ ਇਹੋ ਹੀ ਹੋਏਗਾ। ਔਰ ਹਾਲੀ ਤੱਕ ਕੋਈ ਮੇਰੀ ਨਜ਼ਰ ਦੇ ਵਿੱਚ ਕੋਈ ਐਸਾ ਫਾਰਮੂਲਾ ਇਜਾਦ ਨਹੀਂ ਹੋਇਆ ਕਿ ਜਿਹੜਾ ਘੋਟ ਕੇ ਕਿਸੇ ਪਲੇਅਰਾਂ ਨੂੰ ਜਾਂ ਟੀਮ ਮੈਨੇਜਮੈਂਟ ਨੂੰ ਜਾਂ ਕੋਚਿਸ ਨੂੰ ਫੜਾ ਦਿੱਤਾ ਜਾਏ ਕਿ ਲੈ ਵੀ ਹੁਣ ਸਭ ਕੁਝ ਠੀਕ ਹੋ ਜਾਏਗਾ। ਜੋ ਕੁਝ ਵੀ ਕਰਨਾ ਹੈ ਖਿਲਾੜੀਆਂ ਨੇ ਖੁਦ ਕਰਨਾ ਹੈ। ਜਿੰਨੀ ਦੇਰ ਤੱਕ ਇਹ ਖੁਦ ਤੋਂ ਐਫਰਟ ਨਹੀਂ ਕਰਨਗੇ, ਔਰ ਜਿਹਦੀ ਤੱਕ ਜਿਹੜੇ ਟੀਮ ਮੈਨੇਜਮੈਂਟ ਨੇ, ਕੋਚਿਸ ਵਗੈਰਾ ਜਿਹਨਾਂ ਸ਼ਾਮਲ ਨੇ, ਇਹ ਵੀ ਆਪਣਾ ਕਿਬਲਾ ਦਰੁਸਤ ਨਹੀਂ ਕਰਨਗੇ। ਪਾਕਿਸਤਾਨ ਹਾਕੀ ਫੈਡਰੇਸ਼ਨ ਵਾਲੇ ਜਿਹੜੇ ਨੇ ਸਿਰਫ ਮੀਡੀਆ ਦੇ ਵਿੱਚ ਹੀਰੋ ਬਣਨ ਵਾਸਤੇ ਇਹ ਪ੍ਰੋਗਰਾਮ ਸ਼ੁਰੂ ਅਸੀਂ ਕਰ ਦਿੱਤਾ ਹੈ ਜੀ। ਅਸੀਂ ਇਹ ਪ੍ਰੋਗਰਾਮ ਕਰ ਦਿੱਤਾ ਹੈ, ਜਾਮਿਆ ਪਲਾਨ ਤਰਤੀਬ ਦੇ ਦਿया गया, बड़ा मनसूबा तैयार कर लिया गया। सब फ्रॉडबाजी है, ये सिर्फ खान पीन के बहाने होंगे ने। और ਉਹਦੇ ਵਿੱਚ ਜਿਹੜਾ ਗਾਣਾ ਕਮ ਅਸ ਕਮ ਜਿਹੜੇ ਕਹਿੰਦੇ ਨਾ ਮੀਡੀਆ ਦੇ ਜ਼ਰੀਏ ਜਿਹੜੇ ਹਾਕੀ ਫੈਨ ਨੇ ਉਹਨਾਂ ਨੂੰ ਪਤਾ ਲੱਗਦਾ ਕਿ ਬਹੁਤ ਕੰਮ ਹੋ ਰਿਹਾ ਹੈ। ਕੰਮ ਨਹੀਂ ਹੋ ਰਿਹਾ ਹੁੰਦਾ ਹੈ, ਸਾਰੇ ਆਪਣੇ ਲੋਕਾਂ ਨੂੰ ਆਪਣੇ ਬੰਦਿਆਂ ਨੂੰ ਨਵਾਜ਼ਿਆ ਜਾ ਰਿਹਾ ਹੁੰਦਾ ਹੈ। ਤੇ ਮੈਂ ਸਮਝਦਾ ਹਾਂ ਕਿ ਕਮ ਅਸ ਕਮ ਸਾਰਿਆਂ ਨੂੰ ਕਿਸੇ ਚੀਜ਼ ਦਾ ਸਾਡਾ ਕੌਮੀ ਖੇਲ ਹੈਗਾ ਹੈ, ਇਹਦਾ ਬੇੜਾ ਗਰਕ ਇਹਦੇ ਕੋਈ ਨਾ ਕੋਈ ਵਜੂਹਾਤ ਹੈਗੀਆਂ ਨੇ, ਉਹਨੂੰ ਫੜਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹੈਗਾ। ਮੁਹੀਉਦੀਨ ਵਾਨੀ ਸਾਹਿਬ PHF ਦੇ ਜਿਹੜੇ ਸਦਰ ਹੈਗੇ ਨੇ, ਨੋ ਡਾਊਟ ਉਹਨਾਂ ਦੀ ਜਿਹੜੀ ਗਈ ਹੈ ਨਾ ਨੀਅਤ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ। ਉਹ ਐਫਰਟ ਵੀ ਕਰ ਰਹੇ ਨੇ, ਬਹੁਤ ਜ਼ਿਆਦਾ ਜਿਹੜੇ ਹੈਗੇ ਨੇ ਨਾ ਉਹ ਲੈ ਕੇ ਆ ਰਹੇ ਨੇ, ਬਹੁਤ ਜ਼ਿਆਦਾ ਜਿਹੜੇ ਹੈਗੇ ਨੇ ਨਾ ਪੈਸੇ ਵੀ ਲੈ ਕੇ ਆ ਰਹੇ ਨੇ, MOU ਵੀ ਸਾਈਨ ਕਰ ਰਹੇ ਨੇ। ਉਹ ਜੋ ਕੁਝ ਕਰਨਾ ਚਾਹੁੰਦੇ ਨੇ ਕਰ ਰਹੇ ਹੈਗੇ ਨੇ, ਆਪਣੇ ਤੌਰ ਤੇ ਕਰ ਰਹੇ ਨੇ। ਲੇਕਿਨ ਜਿਹੜਾ ਥੱਲੇ ਜਿਹੜੇ ਲੋਕ ਹੈਗੇ ਨੇ, ਠੀਕ ਹੈ, ਇਹਨਾਂ ਦੀ ਨੀਅਤਾਂ ਬੇਸਿਕਲੀ ਜਿਹੜੇ ਹੈਗੇ ਨੇ ਆਪਣੇ ਫਾਇਦੇ ਚੁੱਕਣਾ ਜਾ ਰਹੇ ਹੈਗੇ ਨੇ। ਤੇ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਕਮ ਅਜ਼ ਕਮ ਸੋਚ ਲੈਣਾ ਚਾਹੀਦਾ। ਔਰ ਅਗਰ ਤੁਸੀਂ ਹਾਕੀ ਨੂੰ ਦੁਬਾਰਾ ਰਿਵਾਈਵ ਕਰਨਾ ਹੈ ਨਾ, ਤੇ ਤੁਹਾਨੂੰ ਪੂਰੇ ਮੁਲਕ ਦੇ ਵਿੱਚ ਦੁਬਾਰਾ ਇੱਕ ਦਫਾ ਟੈਲੈਂਟ ਹੰਟ ਕਰਨਾ ਪਏਗਾ। ਬਿਲਕੁਲ ਟੈਲੈਂਟ ਹੰਟ ਕਰਨਾ ਪਏਗਾ। ਤੇ ਮੇਰੀ ਇੱਕ ਦਰਖਾਸਤ ਵੀ ਹੈਗੀ ਕਿ ਤੁਸੀਂ ਸਿਰਫ ਇਹਦੀ ਮੈਚਸ ਨਾ ਕਰਵਾਓ ਬਲਕਿ ਲੀਗਸ ਵੀ ਕਰਵਾਓ, ਜਿਵੇਂ PSL ਦੀ ਲੀਗਸ ਹੈ, ਤਾਂ ਕਿ ਜਿਹੜੇ ਇੰਟਰਨੈਸ਼ਨਲ ਖਿਡਾਰੀ ਉਹ ਆਉਣ ਪਾਕਿਸਤਾਨ ਤੇ ਹਾਕੀ ਦੇ ਖਿਡਾਰੀਆਂ ਦਾ ਵੀ ਹੌਸਲਾ ਵਧੇ। ਕਿਉਂਕਿ ਮੈਨੂੰ ਲੱਗਦਾ ਇਹਨਾਂ ਨੂੰ ਕੋਚਾਂ ਕੋਲੋਂ ਤਾਂ ਕੁਝ ਨਹੀਂ ਸਿੱਖਣਾ, ਘੱਟ ਤੋਂ ਘੱਟ ਜਿਹੜੇ ਮੁਖਾਲਿਫ ਖਿਡਾਰੀ ਉਹਨਾਂ ਕੋਲੋਂ ਕੁਝ ਸਿੱਖ ਲੈਣ। ਬਹਿਰਹਾਲ ਜੀ ਗੁੱਡ ਲੱਕ ਕਹਿੰਦੇ ਅਸੀਂ ਹਾਕੀ ਦੇ ਖਿਡਾਰੀਆਂ ਨੂੰ। ਫਿਲਹਾਲ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਵਾਪਸ ਆते ਰਹੋ। ਬ੍ਰੇਕ ਤੋਂ ਬਾਅਦ ਖੁਸ਼ ਆਮਦੀਦ ਜੀ। ਭੈੜੀ ਖਬਰਾਂ ਹੀ ਹੈਗੀਆਂ ਸ਼ਾਇਕੀਨ ਵਾਸਤੇ, ਕੋਈ ਚੰਗੀ ਖਬਰਾਂ ਨਹੀਂ ਲੱਭ ਰਹੀਆਂ। ਅਸੀਂ ਖਵਾਤੀਨ ਟੀਮ ਦੀ ਗੱਲ ਕਰਦੇ ਹਾਂ ਤੇ ਉਹ ਵੀ ਮਰਦਾਂ ਦੇ ਸ਼ਾਨਾ ਬਸ਼ਾਨਾ ਚੱਲਦੀ ਪਈਆਂ। ਇੰਡੀਆ ਦੇ ਖਿਲਾਫ ਕੱਲ੍ਹ ਅਹਿਮ ਮੈਚ ਸੀਗਾ। ਸਾਡੀ ਗਲਤੀ ਹੈ ਕਿ ਅਸੀਂ ਥੋੜ੍ਹੀ ਬਹੁਤ ਉਮੀਦਾਂ ਬੰਨ ਲਈਆਂ ਤੇ ਭੈੜੀ ਸ਼ਿਕਸਤ ਲੱਭੇ ਜੀ। ਸਾਡੀ ਟੀਮ ਨੂੰ 172 ਦਾ ਟਾਰਗੇਟ ਸੀਗਾ ਗਾਲਬਨ, ਤੇ 106 ਉੱਤੇ ਸਾਡੀ ਪੂਰੀ ਟੀਮ ਚੱਲਦੀ ਬਣੀ ਹੈ। ਨਾ ਆਲੀਆ ਰਿਆਜ਼ ਪਰਫਾਰਮ ਕਰ ਸਕੀ ਹੈ, ਫਾਤਮਾ ਸਨਾ ਕਪਤਾਨ ਦੀ ਗੱਲ ਕਰੇ ਉਹ ਵੀ ਬਿਲਕੁਲ ਫਲॉप ਰਹੀ ਹੈ। ਹੁਣ ਕੀ ਵਜੂਹਾਤ ਨੇ, ਅਸੀਂ ਇਹਨਾਂ ਕੋਲ ਉਮੀਦਾਂ ਨਾ ਹੀ ਬਣੀਆਂ, ਮੈਨੂੰ ਲੱਗਦਾ ਹੈ ਜ਼ਿਆਦਾ ਚੰਗੀ ਗੱਲ ਹੈ। ਮੀਆਂ ਸਾਹਿਬ ਕੀ ਕਮੈਂਟ ਕਰੋਗੇ ਇਹਦੇ ਉੱਤੇ? ਜੀ ਬਿਲਕੁਲ, ਮੇਰਾ ਤਾਂ ਖਿਆਲ ਹੈ ਕਿ ਹੁਣ ਮੈਂ ਪਹਿਲੇ ਇਹ ਆਪਣਾ ਸ਼ਿਕਵਾ ਕੀਤਾ ਜਾਂਦਾ ਸੀ ਕੁੜੀਆਂ ਦੀ ਤਰਫੋਂ ਕਿ ਬਈ ਸਾਨੂੰ ਉਹ ਪ੍ਰੈਫਰੈਂਸ ਨਹੀਂ ਦਿੱਤੀ ਜਾਂਦੀ ਜਿਹੜੇ ਪਾਕਿਸਤਾਨ ਦੀ ਜਿਹੜੀ ਮੈਨਸ ਟੀਮ ਹੈਗੀ ਉਹਨੂੰ ਦਿੱਤੀ ਜਾਂਦੀ ਹੈਗੀ। ਪਾਕਿਸਤਾਨ ਕ੍ਰਿਕਟ ਬੋਰਡ ਤੋਂ ਮੁਸਲਸਲ ਇਹਨਾਂ ਦੇ ਇਨਵੈਸਟ ਕਰ ਰਿਹਾ, ਹਰ ਜਗ੍ਹਾ ਇਹ ਕੁੜੀਆਂ ਖੇਡਣ ਜਾਂਦੀਆਂ ਨੇ। ਇਹਨਾਂ ਦੇ ਜਿਹੜੇ ਹੈਗੇ ਨੇ ਨਾ ਹੁਣ ਮੁਆਵਜ਼ੇ ਵੀ ਬਹੁਤ ਜ਼ਿਆਦਾ ਹੈਗੇ ਨੇ, ਸੈਂਟਰਲ ਕੰਟਰੈਕਟ ਵੀ ਇਹਨਾਂ ਨੂੰ ਬਹੁਤ ਅੱਛੇ ਮਿਲਦੇ ਹੈਗੇ ਨੇ। ਲੇਕਿਨ ਰਿਜ਼ਲਟ ਜਿਹੜਾ ਹੈਗਾ ਨਾ ਤੁਸੀਂ ਦੇਖੋ ਤਾਂ ਕਿ ਜਦੋਂ ਇੰਡੀਆ ਦੀ ਟੀਮ ਆਉਂਦੀ ਹੈ ਸਾਡੇ ਹੱਥ ਪੈਰ ਵੈਸੇ ਫੁੱਲ ਜਾਂਦੇ ਨੇ, ਚਾਹੇ ਉਹ ਸਾਡੇ ਮੁੰਡਿਆਂ ਦੀ ਟੀਮ ਹੋਵੇ ਜਾਂ ਕੁੜੀਆਂ ਦੀ ਟੀਮ ਹੋਵੇ। ਔਰ ਕਿਉਂਕਿ ਇਹਨਾਂ ਦਾ ਕੱਲ ਪਹਿਲਾ ਮੈਚ ਹੈਗਾ ਸੀ ਔਰ ਪਹਿਲਾ ਹੀ ਇਕਤਰਫਾ ਸਾਬਤ ਹੋਇਆ। ਤੁਸੀਂ ਦੇਖ ਲਓ ਕਿ ਸਾਡੀ ਜਿਹੜੀ ਕਪਤਾਨ ਹੈ ਔਰ ਉਹਦੇ ਵਿੱਚ ਇੱਕ ਦੇਖ ਲਓ ਕਿ ਇਹਨੇ ਜਿਹੜਾ ਹੈਗਾ ਨਾ ਸੋਸ਼ਲ ਮੀਡੀਆ ਤੇ ਇੰਨੀ ਜ਼ਿਆਦਾ ਕਦੀ ਸੈਲਫੀਆਂ ਬਣ ਰਹੀਆਂ ਸੀ, ਕਦੀ ਕੁਝ ਹੋ ਰਿਹਾ ਸੀ, ਏਅਰਪੋਰਟ ਦੇ ਤਸਵੀਰਾਂ ਬਣ ਰਹੀਆਂ ਨੇ, ਫਲਾਹ ਹੋ ਰਿਹਾ ਹੈ। ਤਵੱਜੋ ਜਿਹੜੀ ਹੈਗੀ ਨਾ
ਅਸਲ ਮੈਂ ਤੁਹਾਨੂੰ ਹਮੇਸ਼ਾ ਕਹਿਣਾ ਹੁੰਦਾ ਵਾਂ ਕਿ ਜਦੋਂ ਟੀਮ ਦੀ ਅੱਛੀ ਪਰਫਾਰਮੈਂਸ ਹੋਵੇ ਫਿਰ ਜੋ ਮਰਜ਼ੀ ਕਰੋ, ਲੇਕਿਨ ਕਮ ਸੇ ਕਮ ਤੁਹਾਡਾ ਪਹਿਲਾ ਮੈਚ ਹੈ ਇੰਡੀਆ ਦੇ ਨਾਲ ਮੈਚ ਹੈਗਾ, ਤੁਹਾਡੀ ਕਪਤਾਨ ਦੀ ਕੱਲ ਆਪਣੀ ਪਰਫਾਰਮੈਂਸ ਜ਼ੀਰੋ ਹੈਗੀ ਸੀ, ਨਾ ਸਾਡੇ ਕੋਲ ਬੈਟਿੰਗ ਹੋ ਸਕੀ ਹੈ ਨਾ ਸਾਡੇ ਕੋਲ ਬੋਲਿੰਗ ਹੋ ਸਕੀ ਹੈ। ਉਧਰੋਂ ਦੇਖ ਲਓ ਉਹਨਾਂ ਦੀ ਜਿਹੜੀ ਕਪਤਾਨ ਹੈਗੀ ਹੈ ਹਰਮਨਪ੍ਰੀਤ ਜਿਹੜੀ ਹੈਗੀ ਹੈ, ਉਹਨੇ ਕੱਲ ਪਰਫਾਰਮੈਂਸ ਵੀ ਦਿੱਤੀ ਹੈਗੀ ਹੈ, ਦੂਸਰੀ ਨਾਲ ਟੀਮ ਨੂੰ ਵੀ ਬਹੁਤ ਅੱਛਾ ਖਿਲਾਇਆ ਹੈਗਾ ਸੀ। ਔਰ ਇਹ ਮੈਂ ਸਮਝਦਾ ਵਾਂ ਕਿ 171-72 ਸਕੋਰ ਜਿਹੜਾ ਹੈਗਾ ਨਾ ਬਹੁਤ ਜ਼ਿਆਦਾ ਨਹੀਂ ਸੀਗਾ, ਲੇਕਿਨ ਅਗਰ ਕੀਤਾ ਜਾਂਦਾ, ਹਿੰਮਤ ਕੀਤੀ ਜਾਂਦੀ ਤਾਂ ਮੇਰਾ ਖਿਆਲ ਹੈ ਇਹ ਟਾਰਗੇਟ ਹਾਸਲ ਕੀਤਾ ਵੀ ਜਾ ਸਕਦਾ ਹੈ। ਹੈਗੇ ਨੇ ਮੈਂਟੋਰ ਨੇ ਤੇ ਪਾਕਿਸਤਾਨ ਕ੍ਰਿਕਟ ਟੀਮ ਦੇ ਮਾਇਆਨਾਜ਼ ਫਾਸਟ ਬੋਲਰ ਰਹਿ ਚੁੱਕੇ ਨੇ, ਬੈਟਿੰਗ ਕੋਚ ਇਹਨਾਂ ਦੇ ਇਮਰਾਨ ਫਰਦ ਤੇ ਉਹਨਾਂ ਨੇ ਵੀ ਬੜੀ ਕ੍ਰਿਕਟ ਖੇਡੀ ਹੈ, ਫਿਰ ਵੀ ਪਰਫਾਰਮੈਂਸ ਸਿਫਰ ਹੈ, ਕਿੱਥੇ ਲੈਗ ਕਰ ਰਹੀ ਹੈ ਟੀਮ? ਨਹੀਂ ਸਰ ਜੀ, ਉਹ ਵਹਾਬ ਰਿਆਜ਼ ਜਿਹੜਾ ਹੈਗਾ ਨਾ ਬਹੁਤ ਵੱਡਾ ਪਲੇਅਰ ਤੇ ਨਹੀਂ ਅਸੀਂ ਕਹਿ ਸਕਦੇ, ਲੇਕਿਨ ਜੋ ਕਿ ਮਾਸ਼ਾਅੱਲਾ ਉਹ ਆਪਣਾ ਚੇਅਰਮੈਨ ਪੀਸੀਬੀ ਉਹਨਾਂ ਦੇ ਬਿਲਕੁਲ ਕਲੋਜ਼ ਹੈਗੇ ਨੇ ਔਰ ਤੁਹਾਨੂੰ ਮਿਨਿਸਟਰ ਵੀ ਰਹਿ ਚੁੱਕੇ ਹੈਗੇ ਨੇ। ਆ ਜਿਹੜੇ ਨਿਗਰਾਨ ਸੈਟਅਪ ਹੈਗਾ ਸੀ ਉਹ ਅਗਰ ਕਿਹਾ ਜਾਏ ਨਾ ਬਹੁਤ ਵੱਡੇ ਪਲੇਅਰ ਨੇ, ਬਹੁਤ ਵੱਡੇ ਨਹੀਂ ਸੀ, ਬਸ ਠੀਕ ਸੀ, ਸਪੀਡ ਅੱਛੀ ਸੀ, ਲੇਕਿਨ ਇੱਕ ਇਹਨਾਂ ਨੇ ਇੰਡੀਆ ਦਾ ਵਰਲਡ ਕੱਪ ਦੇ ਵਿੱਚ ਬਹੁਤ ਹੀ ਅੱਛਾ ਮੈਚ ਖੇਡਿਆ ਹੈਗਾ ਸੀ, ਲੇਕਿਨ ਇਹ ਚੂੰਕਿ ਟੀਮ ਦੇ ਨਾਲ ਮੁਸਲਸਲ ਰਹਿ ਰਹੇ ਹੈਗੇ ਨੇ ਔਰ ਕਮ ਸੇ ਕਮ ਇਹਨਾਂ ਨੂੰ ਡਿਲੀਵਰ ਵੀ ਕਰਵਾਉਣਾ ਚਾਹੀਦਾ ਸੀ, ਲੇਕਿਨ ਮੇਰਾ ਖਿਆਲ ਹੈ ਕਿ ਉਹਨਾਂ ਦੀ ਵੀ ਸ਼ਾਇਦ ਤਵੱਜੋ ਕਿਸੇ ਹੋਰ ਪਾਸੇ ਹੋ ਸਕਦੀ ਹੈਗੀ ਹੈ। ਕਮ ਸੇ ਕਮ ਜਿਹੜਾ ਗਾਣਾ ਸ਼ੁਰੂਆਤ ਜਿਸ ਤਰੀਕੇ ਨਾਲ ਬੰਗਲਾਦੇਸ਼ ਨੇ ਕੱਲ ਪਹਿਲਾ ਮੈਚ ਵਰਲਡ ਕੱਪ ਦਾ ਖੇਲਿਆ ਔਰ ਇਕਤਰਫਾ ਤੌਰ ਤੇ ਉਹ ਮੈਚ ਜਿੱਤਿਆ, ਇਹਦਾ ਮਤਲਬ ਇਹ ਕਿ ਬੰਗਲਾਦੇਸ਼ ਸਾਡੇ ਕੋਲ ਜਿਹੜਾ ਗਾਣਾ ਮੁੰਡਿਆਂ ਦੀ ਟੀਮ ਵੀ ਸਾਡੇ ਕੋਲ ਬਹੁਤ ਅੱਛੀ ਹੁੰਦੀ ਜਾ ਰਹੀ ਹੈ, ਕੁੜੀਆਂ ਦੀ ਵੀ ਹੁੰਦੀ ਜਾ ਰਹੀ ਹੈ, ਅਸੀਂ ਜੋ ਹਾਰੀ ਜਾ ਰਹੇ ਹਾਂ ਸਾਡੇ ਮੁੰਡੇ ਵੀ ਹਾਰਦੇ ਨੇ, ਸਾਡੀਆਂ ਕੁੜੀਆਂ ਵੀ ਹਾਰੀਆਂ ਨੇ। ਮੈਨੂੰ ਸਮਝ ਨਹੀਂ ਲੱਗਦੀ ਸਾਡੀ ਜਿਹੜੀ ਕ੍ਰਿਕਟ ਹੈ ਔਰ ਸਾਡੀ ਜਿਹੜੀ ਸਪੋਰਟਸ ਹੈਗੀ ਜਾ ਕਿੱਧਰ ਰਹੀ ਹੈਗੀ ਹੈ। ਇਹਨਾਂ ਨੂੰ ਕਮ ਸੇ ਕਮ ਇਹ ਜ਼ਰੂਰ ਸੋਚਣਾ ਚਾਹੀਦਾ ਹੈਗਾ। ਮੈਂ ਫਿਰ ਇੱਕ ਦਫਾ ਕਵਾਂਗਾ ਕਿ ਹਾਰਨਾ, ਚਲੋ ਹਾਰਨਾ ਸਾਨੂੰ ਕਬੂਲ ਹੈਗਾ, ਲੇਕਿਨ ਕਮ ਸੇ ਕਮ ਫਾਈਟ ਤੇ ਕਰੋ ਨਾ। 106 ਸਕੋਰ ਤੇ ਤੁਹਾਡੀ ਪੂਰੀ ਟੀਮ ਜਿਹੜੀ ਆਊਟ ਹੋ ਰਹੀ ਹੈ, ਠੀਕ ਹੈ, ਔਰ ਸਿਰਫ ਜਿਹੜੀ ਉਹ ਸਾਦੀਆ ਇਕਬਾਲ ਨੇ ਔਰ ਉਹਨੇ ਸਿਰਫ 2 ਵਿਕਟਾਂ ਲਈਆਂ ਨੇ ਔਰ ਉਹਦੇ ਵਿੱਚ ਇੱਕ ਕੁੜੀ ਸੀ ਜਿਹੜੀ ਗਈ ਨੇ ਨਾ ਕੁਝ ਬਿਹਤਰ ਸਕੋਰ ਕਰਨ ਦੇ, ਮੁਨੀਬਾ ਜਿਹਦਾ ਨਾਮ ਹੈਗਾ, ਉਹ ਅੱਛਾ ਸਕੋਰ ਕਰਨ ਚ ਕਾਮਯਾਬ ਹੋਈ, ਤੇ ਬਾਕੀ ਕੀ ਕਰ ਰਹੀਆਂ ਨੇ ਭਾਈ? ਇਹਨਾਂ ਦਾ ਵੀ ਅਸੀਂ ਇਨਵੈਸਟ ਕੀਤਾ, ਇਹਨਾਂ ਨੂੰ ਵੀ ਅਸੀਂ ਉਹੀ ਪੈਸੇ ਦਿੰਦੇ ਆ, ਉਹਨਾਂ ਨੂੰ ਵੀ ਅਸੀਂ ਜਿਹੜਾ ਹੈਗਾ ਨਾ ਸਹੂਲਤਾਂ ਉਹੀ ਮਿਲਦੀਆਂ ਨੇ ਕਿ ਜਿਹੜੀਆਂ ਮੁੰਡਿਆਂ ਨੂੰ ਮਿਲਦੀਆਂ ਹੈਗੀਆਂ ਨੇ। ਬਿਲਕੁਲ ਤਮਾਮ ਦਰ ਸਹੂਲਤਾਂ ਦੇ ਬਾਵਜੂਦ ਪਰਫਾਰਮੈਂਸ ਸਿਫਰ ਹੈ ਤੇ ਸਵਾਲੀਆ ਨਿਸ਼ਾਨ ਹੈਗਾ ਮੁੰਡਿਆਂ ਦੀ ਤਰ੍ਹਾਂ ਵੂਮਨਸ ਟੀਮ ਉੱਤੇ ਵੀ। ਹੁਣ ਜ਼ਰਾ ਫੀਫਾ ਦੀ ਗੱਲ ਕਰਦੇ ਜੀ, ਰੰਗਾ ਰੰਗ ਮੇਲਾ ਜਾਰੀ ਹੈ ਤੇ ਕੱਲ ਜਾਪਾਨ ਦਾ ਤੇ ਨੀਦਰਲੈਂਡ ਦਾ ਮੈਚ 2-2 ਤੋਂ ਬਰਾਬਰ ਹੋਇਆ ਤੇ ਬ੍ਰਾਜ਼ੀਲ ਤੇ ਅਸੀਂ ਮੋਰੋਕੋ ਦੀ ਗੱਲ ਕਰੀਏ ਉਹ 1-1 ਤੋਂ ਵੀ ਬਰਾਬਰ ਹੋ ਗਿਆ, ਕਿਉਂਕਿ ਨੇਮਾਰ ਜੂਨੀਅਰ ਨਹੀਂ ਨੇ ਜੀ ਬ੍ਰਾਜ਼ੀਲ ਕੋਲ, ਤੇ ਮੋਰੋਕੋ ਦੀ ਟੀਮ ਵੀ ਅੱਛੀ ਫਾਰਮ ਵਿੱਚ ਹੈ, 7ਵੇਂ ਨੰਬਰ ਤੇ ਰੈਂਕਿੰਗ ਹੈ ਉਹਨਾਂ ਦੀ, ਹਕੀਮੀ ਬੜੇ ਅੱਛੇ ਖਿਲਾੜੀ हैं। लेकिन वड्डी खबर है कि आज ईरान का पहला मुकाबला है न्यूजीलैंड के खिलाफ। ਹੁਣ ਤੁਹਾਨੂੰ ਪਤਾ ਤਾਜ਼ਾ ਜੰਗ ਹੋਈ ਹੈ ਅਮਰੀਕਾ ਦੇ ਖਿਲਾਫ ਉਹਨਾਂ ਦੀ, ਤੇ ਹੁਣ ਪ੍ਰੈਸ਼ਰ ਤੇ ਹੋਏਗਾ। ਮੀਆਂ ਸਾਹਿਬ ਪਹਿਲੇ ਮੈਚ ਉੱਤੇ ਕਿਦਾਂ ਵੇਖਦੇ ਹੋ? ਜੀ ਬੇਸਿਕਲੀ ਤੁਹਾਨੂੰ ਪਤਾ ਹੈ ਕਿ ਦੁਨੀਆ ਇਹ ਜਿਹੜਾ ਖੇਡ ਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਮੇਲਾ ਹੁੰਦਾ ਹੈ ਉਹ ਆਪਣਾ ਇਹੋ ਹੀ ਫੁੱਟਬਾਲ ਵਰਲਡ ਕੱਪ ਹੀ ਹੁੰਦਾ ਹੈ, ਤੇ ਮੇਰਾ ਖਿਆਲ ਹੈ ਕਿ ਵਾਕਈ ਫੁੱਟਬਾਲ ਵਰਲਡ ਕੱਪ ਜਿਹੜਾ ਹੈਗਾ ਹੈ ਜਿਸ ਤਰੀਕੇ ਨਾਲ ਮੈਚਿਸ ਹੋ ਰਹੇ ਨੇ ਔਰ ਜਿਸ ਤਰੀਕੇ ਨਾਲ ਪੂਰੀ ਦੁਨੀਆ ਇੰਜੋਏ ਕਰ ਰਹੀ ਹੈ, ਹਾਲਾਂਕਿ ਪਾਕਿਸਤਾਨ ਦੇ ਵਿੱਚ ਫੁੱਟਬਾਲ ਦਾ ਕੋਈ ਜਿਹੜਾ ਫਿਊਚਰ ਇੰਨਾ ਬ੍ਰਾਈਟ ਨਹੀਂ ਹੈਗਾ, ਲੇਕਿਨ ਇੱਥੇ ਵੀ ਬਹੁਤ ਜ਼ਿਆਦਾ ਜਿਹੜਾ ਹੈਗਾ ਨਾ ਜੋਸ਼ੋ ਖਰੋਸ਼ ਜਿਹੜਾ ਹੈਗਾ ਨਾ ਫੁੱਟਬਾਲ ਦੇ ਹਵਾਲੇ ਨਾਲ ਬਹੁਤ ਜ਼ਿਆਦਾ ਲਿੱਤਾ ਜਾ ਰਿਹਾ ਹੈਗਾ ਔਰ ਤੁਹਾਨੂੰ ਪਤਾ ਇਸ ਦਫਾ ਰਿਕਾਰਡ 48 ਟੀਮਾਂ ਵੀ ਸ਼ਾਮਲ ਹੈਗੀਆਂ ਨੇ ਔਰ ਉਹਦੇ ਬਾਅਦ ਨਵੇਂ ਮੁੰਡੇ ਵੀ ਤਕਰੀਬਨ 950 ਦੇ ਕਰੀਬ ਉਹ ਮੁੰਡੇ ਹੈਗੇ ਨੇ ਜਿਹੜੇ ਪਹਿਲੀ ਦਫਾ ਫੁੱਟਬਾਲ ਵਰਲਡ ਕੱਪ ਖੇਡ ਰਹੇ ਹੈਗੇ ਨੇ, ਲੇਕਿਨ ਵੱਡੇ ਸਟਾਰਸ ਪਲੇਅਰ ਵੀ ਜਿਹੜੇ 5-5 ਪਿੱਛੇ ਵਰਲਡ ਕੱਪ ਜਿਹੜੇ ਹੈਗੇ ਨੇ ਆਪਣਾ ਉਹ ਖੇਡਦੇ ਹੈਗੇ ਨੇ। ਮੀਆਂ ਸਾਹਿਬ ਤੁਹਾਡੀ ਪਸੰਦੀਦਾ ਟੀਮ ਕਿਹੜੀ ਹੈ ਜੇ ਅਸੀਂ ਗੱਲ ਕਰੀਏ, ਕਿਉਂਕਿ ਹਰ ਬੰਦਾ ਕੋਈ ਪੋਰਚੁਗਲ ਨੂੰ ਸਪੋਰਟ ਕਰ ਰਿਹਾ ਕਿਉਂਕਿ ਰੋਨਾਲਡੋ ਬੜੇ ਵੱਡੇ ਫੁੱਟਬਾਲਰ ਨੇ, ਜਾਂ ਅਸੀਂ ਫਿਰ ਮੈਸੀ ਦੀ ਗੱਲ ਕਰੀਏ ਅਰਜਨਟਾਈਨ ਨੂੰ ਰਿਪਰੈਜ਼ੈਂਟ ਕਰ ਰਹੇ ਨੇ, ਜੇ ਅਸੀਂ ਮੀਆਂ ਸਾਹਿਬ ਕੋਲੋਂ ਪੁੱਛੋ ਉਹਨਾਂ ਦੀ ਪਸੰਦੀਦਾ ਟੀਮ ਕਿਹੜੀ ਹੈ ਇਸ ਵੇਲੇ? ਮੇਰੀ ਬੇਸਿਕਲੀ ਜਿਹੜੇ ਹੈਗੀ ਹੈ ਨਾ ਬੇਸਿਕਲੀ ਆ ਜਿਹੜੀ ਬ੍ਰਾਜ਼ੀਲ ਤੁਸੀਂ ਦੇਖਿਆ ਹੈ, ਅਰਜਨਟੀਨਾ ਦੇਖਿਆ ਹੈ, ਠੀਕ ਹੈ, ਬੇਸਿਕਲੀ ਬਹੁਤ ਵੱਡੀਆਂ ਟੀਮਾਂ ਨੇ। ਮੇਰੀ ਵੈਸੇ ਜਿਹੜੀ ਨਜ਼ਰ ਦੇ ਵਿੱਚ ਹੈਗੀ ਹੈ ਨਾ ਸਪੇਨ ਸ਼ਾਇਦ ਜਿਹੜਾ ਗਾਣਾ ਵੱਡਾ ਕੋਈ ਅਪਸੈਟ ਕਰ ਜੇ ਔਰ ਹੋ ਸਕਦਾ ਹੈ ਕਿ ਇਹ ਚੈਂਪੀਅਨ ਵੀ ਬਣ ਸਕਦੀ ਹੈ ਮੇਰੀ ਨਜ਼ਰ ਦੇ ਵਿੱਚ ਜਿਹੜੀ ਹੈ ਨਾ, ਲੇਕਿਨ ਸਭ ਤੋਂ ਵੱਡੀ ਜਿਹੜੀ ਗੱਲ ਹੈਗੀ ਹੈ ਕਿ ਜਿਸ ਤਰੀਕੇ ਨਾਲ ਮੈਚਿਸ ਹੋ ਰਹੇ ਨੇ ਤਮਾਮ ਟੀਮਾਂ ਜਿਹੜੀਆਂ ਹੈਗੀਆਂ ਨੇ ਉਹ ਸਮਝ ਲਓ ਚੈਂਪੀਅਨ ਹੀ ਹੈਗੀਆਂ ਨੇ, ਕਿਉਂਕਿ ਜੋਸ਼ੋ ਖਰੋਸ਼ ਜਿਸ ਤਰੀਕੇ ਨਾਲ ਟਿਕਟਾਂ ਇੰਝ ਵਿਕਦੀਆਂ ਪਈਆਂ ਨੇ ਕਿ ਜਿਵੇਂ ਗੱਲ ਹੀ ਕੋਈ ਨਹੀਂ ਹੈਗੀ ਜਿਹੜੀ ਹੈਗੀ ਨਾ। ਤੇ ਮੈਂ ਔਰ ਸਭ ਤੋਂ ਵੱਡੀ ਜਿਹੜੀ ਗੱਲ ਹੈਗੀ ਹੈ ਕਿ ਜਿਹੜਾ ਅੱਜ ਈਰਾਨ ਦਾ ਮੈਚ ਹੈਗਾ ਤੁਹਾਨੂੰ ਪਤਾ ਹੈ ਕਿ ਸਭ ਤੋਂ ਜ਼ਿਆਦਾ ਜਿਹੜਾ ਗਾ ਨਾ ਇਸ ਵਰਲਡ ਕੱਪ ਦੇ ਵਿੱਚ ਨਾ ਬਹੁਤ ਜ਼ਿਆਦਾ ਬ੍ਰਾਜ਼ੀਲ ਜਿਹੜਾ ਕਹੇ ਆਪਣਾ ਡਿਸਕਸ ਹੋਇਆ, ਨਾ ਫਰਾਂਸ ਬਹੁਤ ਜ਼ਿਆਦਾ ਡਿਸਕਸ ਹੋਇਆ, ਨਾ ਅਰਜਨਟੀਨਾ ਡਿਸਕਸ ਹੋਇਆ, ਨਾ ਅਮਰੀਕਾ ਹੋਇਆ। ਸਭ ਤੋਂ ਜ਼ਿਆਦਾ ਜਿਹੜੀ ਡਿਸਕਸ਼ਨ ਹੋਈ ਆ ਉਹ ਹੋਈ ਹੈ ਈਰਾਨ ਦੀ ਟੀਮ ਦੀ,
ਕਿਉਂਕਿ ਉਹ ਜੋ ਵੀ ਆਪਣਾ ਜੰਗ ਵਗੈਰਾ ਚੱਲ ਰਹੀ ਹੈਗੀ ਸੀ ਉਹਦੀ ਵਜ੍ਹਾ ਦੇ ਨਾਲ ਅਮਰੀਕਾ ਨੇ ਜਿਸ ਤਰੀਕੇ ਨਾਲ ਜਿਹੜਾ ਹੈਗਾ ਨਾ ਈਰਾਨ ਦੀ ਜਿਹੜੀ ਫੁੱਟਬਾਲ ਟੀਮ ਤੇ ਇਹਨਾਂ ਦੇ ਵੀ ਬਹੁਤ ਜ਼ਿਆਦਾ ਸਖਤੀ ਕੀਤੀ ਸੀ। ਔਰ ਤੁਹਾਨੂੰ ਪਤਾ ਹੈ ਕਿ ਜਿਹੜੀ ਈਰਾਨ ਦੀ ਟੀਮ ਹੈਗੀ ਹੈ ਮੈਕਸੀਕੋ ਗਈ ਹੈਗੀ ਹੈ ਔਰ ਅਮਰੀਕਾ ਨੇ ਬਾਕਾਇਦਾ ਕਿਹਾ ਹੈਗਾ ਹੈ ਕਿ ਜਿਹੜਾ ਈਰਾਨ ਦੀ ਟੀਮ ਹੈਗੀ ਹੈ ਜੇ ਮੈਚ ਖੇਲੇਗੀ, ਮੈਚ ਖੇਲਣ ਦੇ ਫੌਰੀ ਬਾਅਦ ਫਿਰ ਵਾਪਸ ਚਲੀ ਜਾਏਗੀ, ਮੈਕਸੀਕੋ ਚਲੀ ਜਾਏਗੀ। ਲੇਕਿਨ ਹੁਣ ਚूंकि ਉਧਰ ਹੀ ਖੇਲ ਰਿਹਾ ਔਰ ਥੋੜਾ ਜਿਹਾ ਨਾ ਵੱਡੀ ਜਿਹੜੀ ਗੱਲ ਹੈਗੀ ਹੈ ਕਿ ਹੁਣ ਸਮਝੌਤੇ ਦੇ ਕਰੀਬ ਈਰਾਨ ਔਰ ਅਮਰੀਕਾ ਜਾ ਰਹੇ ਹੈਗੇ ਨੇ। ਇਹ ਖੁਸ਼ਾਇਦ ਗੱਲ ਹੈਗੀ ਹੈ, ਦੁਨੀਆ ਵਾਸਤੇ ਬਹੁਤ ਅੱਛੀ ਗੱਲ ਹੈਗੀ ਹੈ, ਦੁਨੀਆ ਦੇ ਫੁੱਟਬਾਲ ਵਾਸਤੇ ਬਹੁਤ ਅੱਛੀ ਗੱਲ ਹੈਗੀ। ਔਰ ਅਗਰ ਇਸ ਤੋਂ ਵੀ ਵੱਡੀ ਗੱਲ ਇਹ ਹੋ ਸਕਦੀ ਹੈ, ਈਰਾਨ ਦੀ ਟੀਮ ਪਹਿਲਾ ਮੈਚ ਖੇਲ ਰਹੀ ਹੈਗੀ ਹੈ ਔਰ ਇਹਨਾਂ ਨੇ ਚूंकि ਬੜੇ ਜ਼ਖਮ ਸਹੇ ਹੈਗੇ ਨੇ, ਬੜੇ ਇਹਨਾਂ ਨੂੰ ਧੱਕੇ ਔਰ ਇਹਨਾਂ ਨੂੰ ਠੁੱਡੇ ਪਏ ਬੜੇ ਜ਼ਖਮ ਬੜੇ ਧੱਕੇ ਲੱਗੇ ਤੇ ਬਤੌਰ ਮੁਸਲਮਾਨ ਮੁਲਕ ਮੀਆਂ ਸਾਹਿਬ ਸਾਡੀ ਵੀ ਦੁਆ ਹੈ ਕਿ ਈਰਾਨ ਦੀ ਟੀਮ ਜਿੱਤੇ। ਅਸੀਂ ਵੀ ਬੜੀ ਉਮੀਦਾਂ ਨਾਲ ਬਣੀਆਂ ਹੋਏ ਨੇ ਤੇ ਅੱਛੀ ਗੱਲ ਹੈ ਜੀ ਪਰਫਾਰਮ ਕਰਨ ਤੇ ਉਮੀਦ ਕਰਦੇ ਹਾਂ ਕਿ ਹਰ ਮੈਚ ਜਿਹੜਾ ਹੈ ਨਾ ਬੜਾ ਕਾਂਟੇਦਾਰ ਹੋਇਆ, ਸਾਫ ਸ਼ਿਕਨ ਹੋਇਆ, ਇਹ ਨਾ ਹੋਏ ਕਿ ਵਨ ਸਾਈਡ ਮੈਚ ਹੋਣ। ਬਹੁਤ ਸ਼ੁਕਰੀਆ ਮੀਆਂ ਸਾਹਿਬ ਤੁਹਾਡੇ ਵਕਤ ਦਾ। ਇਹ ਸਾਰੇ ਮੌਜ਼ੂਆਤ ਸਨ ਜਿਨ੍ਹਾਂ ਉੱਤੇ ਅਸੀਂ ਚਾਨਣ ਪਾਇਆ। ਮੈਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼ ਨਾਸਿਰ।